कविता पढ़ी है। सो बहुत बहुत धन्यवाद। इसी तरह ही ये जड़ियाँ हुण गुरमत दीयां क्लासां हन आपां लगा रहे हैं। भैन जी राजवीर कौर जी उन्हां तो मैं मुआफ़ी चाहुंदा, उन्होंने भी कुछ समा लेना सीगा। सो अगला जिहड़ा प्रोग्राम है बच्चों दीयां क्लासां दा है। जिस दिन समाप्ति होएगी उस दिन इन्हों खुला टाइम दिता जाएगा। बच्चों के कंपीटीशन होंगे और बच्चों के जिस तरह भी मुकाबले कराउणगे ये बहुत ही तीखण बुद्धि दे नाल बहुत ही अच्छी सिक्ख्या बहुत ही अच्छी सेध दिंदे हन, पर इन्हों के मन में बहुत ही वलवले होंदे आ। सो इन्हों समा नहीं दे सके। सो अपने पास होर दरबार साहिब तो कीर्तनी जत्था जिस तरह मैं अनाउंस किया है तो इस तरह होर भी कोई प्रचारक आ रहे हैं, हुणे हुणे पता लगा है। सो उन्होंने भी समा देना है। कृपा करके मैं इन्हों तो मुआफ़ी चाहुंदा हाँ। सो मेरे ये भैन दे सिस्टर के बराबर हैं, मैं इन्हों का सत्कार करदा। सो मुआफ़ी चाहुंदा हाँ। वाहिगुरू जी का खालसा ते नाल ही बेनती करदा ज्ञानी जी नूं ते वो अपना जिहड़ा समा है अज दे जिहड़ा शहीदी समागम दे दिहाड़े ते आप संगतां नूं जागरूक करनगे। वाहिगुरू जी का खालसा वाहिगुरू जी की फतेह। वाहिगुरू साहिब जी सतनाम वाहिगुरू साहिब जी सतनाम वाहिगुरू जी तेरा कीता जातो नाही मैनो जोग की तोई मैं निर्गुण यारे को गुण नाही आपे तरस पयोई तरस पया मेहरामत होई सतगुर सजन मिलया नानक नाम मिलै तां जीवा तन मन थीवै नानक नाम तन मन थीवै अंत न पावत देव सबै मुन इंद्र महाशिव जोग करी उन भेद बरंच विचार रहयो हर जाप न छड़यो एक करी मथुरा जन को प्रभु दीन दयाल है संगत श्रेष्ठ निहाल करी रामदास गुरु जग तारन को गुर जोत अर्जुन माहे तरी रामदास गुरु जग तारन को गुर जोत अर्जुन माहे तरी सुको टल गुर से आनस सहज सुभाव दर्शन परसै जन्म मरण दुख वै सिफत सामंदी नूर अरसों कुरसों तुद डिठे सचे मल जन्म जन्म दी तुद डिठे सचे पातशाह मल जन्म जन्म दी जुगो जुग अटल साहिब सतगुरु श्री गुरु ग्रंथ साहिब पातशाह जियां दी पावन पवित्र हजूरी अंदर ਸੁਭਾਈਮਾਨ ਹੋ ਰਹੀ ਗੁਰੂ ਕੀ ਸੰਗਤ। ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਦੀ ਗੁਰਬਖਸ਼ਿਸ਼ ਗੁਰਫਤਿਹ ਦੀ ਹਾਜ਼ਰੀ ਲਵਾਈਏ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਇਹ ਆਪਾਂ ਨੂੰ ਸਤਿਗੁਰਾਂ ਦੀ ਆਗਿਆ ਹੈ, ਹੁਕਮ ਹੈ। ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਆਗਿਆ ਮੰਨਣੀ, ਇਹ ਸਿੱਖ ਦਾ ਕਰਤੱਵ ਹੈ। ਹੁਕਮ ਮੰਨਣਾ ਚਾਹੀਦਾ ਹੈ। ਮਹਾਰਾਜ ਦਾ ਬਚਨ ਹੈ, ਹੁਕਮ ਮੰਨਿਆ ਹੋਏ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹੜੇ ਹੁਕਮ ਮੰਨ ਲੈਂਦੇ ਉਹ ਪ੍ਰਵਾਨ ਹੋ ਜਾਂਦੇ। ਜਿਹੜੇ ਪ੍ਰਵਾਨ ਹੋ ਗਏ ਉਹ ਸਰੂਪ ਘਰ ਨੂੰ ਪ੍ਰਾਪਤ ਕਰ ਲੈਂਦੇ। ਸਤਿਗੁਰੂ ਜੀਆਂ ਦੇ ਬਚਨ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਆਪਾਂ ਗੱਜ ਕੇ ਪਿਆਰ ਨਾਲ ਫਤਿਹ ਬੁਲਾਈਏ, ਮਿਲ ਕੇ ਆਖੀਏ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਅੱਜ ਆਪਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਜੋ ਸ਼ਹੀਦੀ ਹੋਈ ਹੈ ਲਾਹੌਰ ਸ਼ਹਿਰ ਦੇ ਅੰਦਰ, ਤੇ ਇਸ ਦੇ ਸੰਬੰਧ ਵਿੱਚ ਆਪਣੇ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਤੇ ਸੋਹਣੇ ਸੁੰਦਰ ਦੀਵਾਨ ਸਜੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਬਾਬਤ ਗੁਰਬਾਣੀ ਵਿੱਚ ਬਚਨ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਤਿਗੁਰੂ ਜੀ ਆਪ ਜੀ ਨੇ ਜਨਮ ਤੋਂ ਹੀ, ਬਚਪਨ ਤੋਂ ਹੀ ਗੁਰਮਤ ਦੀ ਸਿੱਖਿਆ ਪ੍ਰਾਪਤ ਕਰਕੇ ਬ੍ਰਹਮ ਨੂੰ ਜਾਣਿਆ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਕਾਫੀ ਦੇਰ ਬਾਅਦ ਪਹੁੰਚੇ ਸਨ, ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਵੀ ਤਕਰੀਬਨ 70-72 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਨੂੰ ਪ੍ਰਾਪਤ ਹੋਏ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਵੀ ਕਾਫੀ ਉਮਰਾ ਸਰੀਰ ਦੀ ਮਾਨ ਕੇ ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਦੇ ਲੜ ਲੱਗੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ, ਗਿਆਨ ਦੀ ਪ੍ਰਾਪਤੀ ਬਚਪਨ ਵਿੱਚੋਂ ਹੋਈ। ਆਪ ਜੀ ਨੇ ਆਪਣਾ ਅਵਤਾਰ ਜਿਹੜਾ ਹੈ ਗੋਇੰਦਵਾਲ ਦੀ ਧਰਤੀ ਤੇ ਧਾਰਨ ਕੀਤਾ। ਇੱਥੇ ਆਪਣੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਅਤੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਸਿੱਖਿਆ ਦੇ ਸਹਿਤ ਹੁੰਦਿਆਂ ਹੋਇਆਂ ਉਹਨਾਂ ਦੀ ਸੰਗਤ ਨੂੰ ਪ੍ਰਾਪਤ ਕੀਤਾ। ਸਤਿਗੁਰਾਂ ਦੇ ਵੱਡੇ ਭਰਾ ਦਾ ਨਾਮ ਬਾਬਾ ਪ੍ਰਿਥੀ ਚੰਦ ਹੈ, ਛੋਟੇ ਭਰਾ ਦਾ ਨਾਮ ਬਾਬਾ ਮਹਾਦੇਵ ਜੀ ਹੈ, ਅਤੇ ਸਭ ਤੋਂ ਛੋਟੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ। ਗੋਇੰਦਵਾਲ ਦੇ ਵਿੱਚ ਰਹਿੰਦੇ ਆਪਣੇ ਬਚਪਨ ਨੂੰ ਬਤੀਤ ਕਰਦੇ ਪਏ। ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਚੌਂਕੜਾ ਲਾ ਕੇ ਆਪਣੇ ਸਿੰਘਾਸਨ ਦੇ ਉੱਪਰ ਬੈਠੇ ਹੋਏ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਲੀਨ ਸਨ। ਮਾਤਾ ਸਾਹਿਬ ਮਾਤਾ ਭਾਨੀ ਜੀ ਕਿਸੇ ਕੰਮ ਵਾਸਤੇ ਰਸੋਈ ਦੇ ਵਿੱਚ ਕੋਈ ਪ੍ਰਸ਼ਾਦੇ ਪਾਣੀ ਦਾ ਕਾਰਜ ਕਰਦੇ ਪਏ। ਗੁਰੂ ਅਰਜਨ ਦੇਵ ਮਹਾਰਾਜ ਜੀ ਛੋਟੇ ਨੇ ਵਿਹੜੇ ਵਿੱਚ ਖੇਡਦੇ ਪਏ, ਤੇ ਖੇਡਦਿਆਂ ਜਿਸ ਮੰਜੀ ਦੇ ਉੱਪਰ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ, ਉਸ ਮੰਜੀ ਦਾ ਪਾਵਾ ਫੜ ਕੇ ਤੇ ਖੜੇ ਹੋ ਗਏ। ਨਾਲ ਹੀ ਆਪਣੇ ਜ਼ੋਰ ਦੇ ਨਾਲ ਮੰਜੀ ਨੂੰ ਹਿਲਾਇਆ। ਸਤਿਗੁਰੂ ਅਮਰਦਾਸ ਮਹਾਰਾਜ ਦੇ ਨੇਤਰ ਖੁੱਲੇ। ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਕਿਹੜਾ ਐਸਾ ਭਾਰੀ ਬਲ ਵਾਲਾ ਪੈਦਾ ਹੋਇਆ ਜਿਨੇ ਸਾਡੀ ਮੰਜੀ ਹਿਲਾ ਦਿੱਤੀ ਹੈ। ਜਦੋਂ ਇਹ ਬਚਨ ਗੁਰੂ ਅਮਰਦਾਸ ਦੇ ਮੁਖੋਂ ਨਿਕਲੇ, ਮਾਤਾ ਸਾਹਿਬ ਮਾਤਾ ਭਾਨੀ ਜੀ ਰਸੋਈ ਦੇ ਕਾਰਜ ਛੱਡ ਕੇ ਛੇਤੀ ਨਾਲ ਭੱਜ ਕੇ ਬਾਹਰ ਆਏ। ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਇਹ ਬਾਲਕ ਹਨ, ਬੇਸਮਝ ਹਨ, ਮੈਂ ਰਸੋਈ ਵਿੱਚ ਕਾਰਜ ਦੇ ਧਿਆਨੇ ਲੱਗ ਗਈ। ਇਹ ਤੁਹਾਡੇ ਦੋਤਰੇ ਹਨ, ਉਹਨਾਂ ਨੇ ਤੁਹਾਡੀ ਇਸ ਮੰਜੀ ਨੂੰ ਹਿਲਾਇਆ ਹੈ। ਆਪ ਜੀ ਕਿਰਪਾ ਕਰਕੇ ਬੱਚਾ ਜਾਣ ਕੇ ਇਹਨਾਂ ਨੂੰ ਮਾਫ ਕਰ ਦਿਓ। ਜਦੋਂ ਇਹ ਬਚਨ ਮਾਤਾ ਭਾਨੀ ਜੀਆਂ ਨੇ ਆਖੇ,
ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿਣ ਲੱਗੇ, ਇਸ ਨੇ ਸਾਡੀ ਮੰਜੀ ਨੂੰ ਹਿਲਾਇਆ ਹੈ। ਸਾਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਾਡੀ ਮੰਜੀ ਤੇ ਬੈਠਣ ਵਾਸਤੇ ਕਹਿ ਰਿਹਾ ਹੋਵੇ ਕਿ ਮੈਂ ਇਸ ਮੰਜੀ ਤੇ ਬੈਠਣਾ ਹੈ, ਭਾਵ ਕਿ ਗੁਰਤਾ ਗੱਦੀ ਤੇ ਮੈਂ ਬੈਠਣਾ ਹੈ। ਮਹਾਰਾਜ ਨੇ ਹੱਸ ਕੇ ਆਖਿਆ, ਕਹਿਣ ਲੱਗੇ, ਨਹੀਂ, ਤੈਨੂੰ ਇਹ ਗੁਰਤਾ ਗੱਦੀ ਸਿੱਧੀ ਸਾਡੇ ਕੋਲੋਂ ਨਹੀਂ ਮਿਲੇਗੀ। ਸਾਡੇ ਕੋਲੋਂ ਗੁਰਤਾ ਗੱਦੀ ਇਹ ਤੇਰੇ ਪਿਤਾ ਨੂੰ ਪ੍ਰਾਪਤ ਹੋਵੇਗੀ ਤੇ ਪਿਤਾ ਦੇ ਕੋਲੋਂ ਇਹ ਗੁਰਤਾ ਗੱਦੀ ਤੁਹਾਨੂੰ ਮਿਲੇਗੀ। ਤੁਸੀਂ ਇਸ ਗੁਰਤਾ ਗੱਦੀ ਦੇ ਮਾਲਕ ਬਣੋਗੇ। ਜਦੋਂ ਇਹ ਬਚਨ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਚੁੱਕਣ ਵਾਸਤੇ, ਆਪਣੇ ਮੋਢੇ ਲਾਉਣ ਵਾਸਤੇ ਜਦੋਂ ਆਪਣੀਆਂ ਬਾਹਾਂ ਦੇ ਵਿੱਚ ਲਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਭਾਰਾ ਵਜਨ ਵੇਖ ਕੇ, ਸਰੀਰ ਭਾਰਾ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਦੂਜਾ ਬਚਨ ਕੀਤਾ। ਕਹਿਣ ਲੱਗੇ, ਕਲਯੁਗ ਦੇ ਵਿੱਚ ਭਾਰੀ ਗੁਰੂ ਬਣ ਕੇ ਸੰਸਾਰ ਵਿੱਚ ਪ੍ਰਸਿੱਧ ਹੋਣਗੇ। ਇੱਕ ਵਾਰੀ ਆਖੀਏ ਸਤਨਾਮ। ਇਹ ਬਚਨ ਜਿਹੜੇ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮੁਖੋਂ ਨਿਕਲੇ, ਜਿਨ੍ਹਾਂ ਨੂੰ ਸੇਵਾ ਕਰਕੇ ਇਹ ਵਰ ਮਿਲਿਆ, ਨਿਮਾਣਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਉਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਆਸਰਿਆਂ ਦੇ ਆਸਰੇ। ਇਹ ਬਚਨ ਮਿਲੇ ਸਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ। ਉਹਨਾਂ ਨੇ ਫਿਰ ਆਪਣੇ ਮੁਖ ਤੋਂ ਆਖਿਆ, ਕਹਿਣ ਲੱਗੇ, ਗੁਰਤਾ ਗੱਦੀ ਦੇ ਮਾਲਕ ਹੋਵੋਗੇ ਅਤੇ ਭਾਰੀ ਗੁਰੂ ਬਣ ਕੇ ਸੰਸਾਰ ਵਿੱਚ ਪ੍ਰਸਿੱਧ ਹੋਵੋਗੇ। ਜਦੋਂ ਇਹ ਬਚਨ ਮਾਤਾ ਭਾਨੀ ਜੀਆਂ ਨੇ ਸੁਣੇ, ਬੜੇ ਹੀ ਖੁਸ਼ ਹੋਏ ਮਨ ਦੇ ਵਿੱਚ, ਕਿਉਂਕਿ ਦੋ ਬਚਨ ਝੋਲੀ ਪੈ ਗਏ ਨਾ। ਪਹਿਲਾ ਬਚਨ ਇਹ ਹੈ ਵੀ ਗੁਰੂ ਰਾਮਦਾਸ ਮਹਾਰਾਜ ਗੁਰੂ ਬਣਨਗੇ। ਬੀਬੀ ਭਾਨੀ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਪਤੀ ਸਤਿਗੁਰੂ ਜੀ ਗੁਰਤਾ ਗੱਦੀ ਦੇ ਮਾਲਕ ਹੋਣਗੇ। ਦੂਜਾ ਬਚਨ ਇਹ ਸੀ ਵੀ ਇਹ ਗੁਰਤਾ ਗੱਦੀ ਤੁਸੀਂ ਆਪਣੇ ਪਿਤਾ ਤੋਂ ਪ੍ਰਾਪਤ ਕਰੋਗੇ। ਤੇ ਦੂਜਾ ਬਚਨ ਵੀ ਇਹ ਗੱਲ ਕਹਿ ਰਿਹਾ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਗੁਰੂ ਬਣਨਗੇ। ਇਹ ਦੋ ਬਚਨ। ਔਰ ਤੀਜਾ ਬਚਨ ਇਹ ਹੈ ਵੀ ਇਹ ਭਾਰੀ ਗੁਰੂ ਬਣ ਕੇ ਪ੍ਰਸਿੱਧ ਹੋਣਗੇ। ਇਹ ਤਿੰਨ ਬਚਨ ਜਿਹੜੇ ਸਨ ਜਦੋਂ ਗੁਰੂ ਅਮਰਦਾਸ ਦੇ ਮੁਖੋਂ ਨਿਕਲੇ ਤੇ ਮਾਤਾ ਭਾਨੀ ਜੀ ਬੜੇ ਖੁਸ਼ ਹੋਏ। ਉਸ ਵੇਲੇ ਗੁਰਮੁਖੋ ਆਪਣੀ ਜ਼ਿੰਦਗੀ ਦੇ 11.5 ਸਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਦੀ ਧਰਤੀ ਤੇ ਰਹੇ। ਜਿੱਥੇ ਆਪਾਂ ਜਾਂਦੇ ਆ ਨਾ ਬੌਲੀ ਸਾਹਿਬ ਦਾ ਇਸ਼ਨਾਨ ਕਰਨ ਵਾਸਤੇ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਸਥਾਨ ਦੀ ਹਾਜ਼ਰੀ ਭਰਦੇ ਆ। ਇਸ ਸਥਾਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਬਚਪਨ ਦੇ 11.5 ਸਾਲ ਬਤੀਤ ਕੀਤੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਰੀਰ ਛੱਡ ਜਾਣ ਤੋਂ ਬਾਅਦ ਵਿੱਚ ਫਿਰ ਆਪ ਜੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਇਹਨਾਂ ਨੇ ਨਿਵਾਸ ਕੀਤਾ। ਜਾ ਕੇ ਉੱਥੇ ਆਪਣਾ ਟਿਕਾਣਾ ਕੀਤਾ। ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਉਹ ਸਮਾਂ ਆ ਗਿਆ ਜਿਸ ਦਿਨ ਗੁਰੂ ਰਾਮਦਾਸ ਮਹਾਰਾਜ ਨੇ ਖੁਸ਼ ਹੋ ਕੇ ਆਪ ਜੀਆਂ ਨੂੰ ਗੁਰਤਾ ਗੱਦੀ ਦਾ ਮਾਲਕ ਬਣਾ ਦਿੱਤਾ। ਜਦੋਂ ਗੁਰਤਾ ਗੱਦੀ ਤੇ ਬੈਠੇ ਮਹਾਰਾਜ ਨੇ ਫਿਰ ਵੱਡੇ ਕਾਰਜ ਕੀਤੇ ਤੇ ਕਰਵਾਏ। ਸਭ ਤੋਂ ਵੱਡਾ ਕਾਰਜ ਜਿਹੜਾ ਮਹਾਰਾਜ ਦੇ ਜੁਮੇ ਲੱਗਾ, ਉਹ ਬਚਨ ਇਹ ਸੀ ਵੀ ਹਰਿਮੰਦਰ ਸਾਹਿਬ ਨੂੰ ਪੱਕਾ ਕਰਾਉਣਾ ਹੈ, ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਾਉਣਾ ਹੈ। ਇਹ ਸੇਵਾ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪ ਜੀ ਨੂੰ ਲਾਈ ਹੈ। ਦੂਜਾ ਬਚਨ ਇਹ ਸੀ ਵੀ ਗੁਰਬਾਣੀ ਨੂੰ ਇਕੱਤਰ ਕਰਕੇ ਗ੍ਰੰਥ ਦੀ ਰਚਨਾ ਕਰਨੀ ਹੈ। ਇਹ ਸਾਰੀਆਂ ਸੇਵਾ ਨਿਭਾਉਣ ਵਾਸਤੇ ਆਪ ਜੀ ਨੇ ਬਾਖੂਬੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਥਾਵਾਂ ਥਾਵਾਂ ਤੋਂ ਗੁਰਮੁਖੋ ਗੁਰਬਾਣੀ ਇਕੱਠੀ ਕਰਕੇ ਗੋਇੰਦਵਾਲ ਦੇ ਵਿੱਚੋਂ ਵੀ ਪੋਥੀਆਂ ਆਪਣੇ ਕੋਲ ਮੰਗਵਾਈਆਂ, ਜਾਂ ਕਹਿ ਲਈਏ ਵੀ ਆਪ ਹੀ ਲੈ ਕੇ ਗਏ ਇਹਨਾਂ ਪੋਥੀਆਂ ਨੂੰ ਤੇ ਗੁਰਬਾਣੀ ਨੂੰ ਉਸ ਵੇਲੇ ਅੰਕਿਤ ਕਰਵਾਇਆ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਰਿਸ਼ਤਾ ਲੈ ਕੇ ਚੰਦੂ ਨੇ ਕੁਝ ਲਾਗੀ ਭੇਜੇ। ਗੁਰਮੁਖੋ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੈ ਉਸ ਨੂੰ ਕੇਵਲ ਤੇ ਕੇਵਲ ਚੰਦੂ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਮਹਾਰਾਜ ਨੇ ਮੋੜਿਆ ਹੈ, ਤਾਂ ਕਰਕੇ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਚੰਦੂ ਤੇ ਇੱਕ ਨਿੱਕਾ ਜਿਹਾ ਪਿਆਦਾ ਹੈ, ਇੱਕ ਨਿੱਕਾ ਜਿਹਾ ਵਿਅਕਤੀ ਹੈ
ਚੰਦੂ ਕੋਲ ਇੰਨੀ ਪਾਵਰ ਨਹੀਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਪਣੀ ਮਰਜ਼ੀ ਨਾਲ ਸ਼ਹੀਦ ਕਰ ਸਕੇ। ਚੰਦੂ ਤੇ ਇੱਕ ਮੋਹਰਾ ਹੈ ਜਿਹੜਾ ਵਰਤਿਆ ਗਿਆ ਸਮੇਂ ਦੀ ਸਰਕਾਰ ਵੱਲੋਂ। ਅਸਲ ਵਿੱਚ ਕਾਰਨ ਇਹ ਹੈ ਵੀ ਸ਼ਹੀਦ ਕਰਵਾਉਣਾ ਹੀ ਸਮੇਂ ਦੀ ਸਰਕਾਰ ਚਾਹੁੰਦੀ ਹੈ। ਉਹਦੇ ਕਈ ਪਹਿਲੂ ਨੇ। ਇਤਿਹਾਸਕਾਰਾਂ ਨੇ ਵਚਨ ਇਸ ਤਰ੍ਹਾਂ ਲਿਖਿਆ ਹੈ ਕਿ ਜੋ ਬਾਦਸ਼ਾਹ ਅਕਬਰ ਹੈ ਨਾ, ਉਹਦੇ ਕੋਲ ਕਈ ਫਰਿਆਦਾਂ ਜਿਹੜੀਆਂ ਨੇ ਉਹ ਵੱਖ-ਵੱਖ ਲੋਕਾਂ ਦੇ ਵੱਲੋਂ ਵੀ ਪਹੁੰਚਾਈਆਂ ਗਈਆਂ ਜਾਂ ਪਹੁੰਚ ਗਈਆਂ। ਸਤਿਗੁਰਾਂ ਦਾ ਵੱਡਾ ਭਰਾ ਵੀ ਗੁਰਤਾ ਗੱਦੀ ਲੈਣ ਵਾਸਤੇ ਯਤਨ ਕਰਦਾ ਹੈ ਤੇ ਚੰਦੂ ਵੀ ਬਦਲਾ ਲੈਣ ਵਾਸਤੇ। ਉਹ ਸਾਰੀਆਂ ਇਤਿਹਾਸ ਦੀਆਂ ਘਟਨਾਵਾਂ ਦਾ ਆਪਾਂ ਜ਼ਿਕਰ ਕਰਾਂਗੇ, ਪਰ ਇਸ ਤੋਂ ਪਹਿਲਾਂ ਔਰੰਗਜ਼ੇਬ ਦਾ, ਵਾਹਿਗੁਰੂ ਜੀ ਅਕਬਰ ਦਾ ਜਿਹੜਾ ਪੁੱਤਰ ਹੈ ਉਹਦਾ ਨਾਮ ਹੈ ਸਲੀਮ। ਪਰ ਸਲੀਮ ਦੀਆਂ ਆਦਤਾਂ ਕੋਈ ਚੰਗੀਆਂ ਨਹੀਂ। ਛੋਟੀ ਉਮਰ ਦੇ ਵਿੱਚ ਬਹੁਤੀ ਸ਼ਰਾਬ ਪੀਣ ਵਾਲਾ ਤੇ ਬੜਾ ਅਯਾਸ਼ ਕਿਸਮ ਦਾ ਆਦਮੀ ਹੈ, ਕੁਕਰਮ ਕਰਦਾ ਹੈ। ਹੁਣ ਅਕਬਰ ਨਹੀਂ ਚਾਹੁੰਦਾ ਵੀ ਮੈਂ ਇੰਨੀ ਮਿਹਨਤ ਨਾਲ ਰਾਜ ਬਣਾਇਆ ਤੇ ਆਪਣੇ ਇਸ ਨਲਾਇਕ ਪੁੱਤਰ ਨੂੰ ਕਿਉਂ ਮੈਂ ਤਖਤ ਤੇ ਬਿਠਾਵਾਂ। ਅਕਬਰ ਬਾਦਸ਼ਾਹ ਸਲੀਮ ਨੂੰ ਨਹੀਂ ਬਿਠਾਉਣਾ ਚਾਹੁੰਦਾ ਆਪਣੇ ਰਾਜ ਤਖਤ ਦੇ ਉੱਪਰ, ਭਾਵੇਂ ਉਹਦਾ ਪੁੱਤਰ ਹੀ ਹੈ। ਅਕਬਰ ਕੀ ਚਾਹੁੰਦਾ ਹੈ ਕਿ ਅਮੀਰ ਖੁਸਰੋ ਨਾਮ ਦਾ ਪੋਤਰਾ ਹੈ ਅਕਬਰ ਦਾ, ਅਕਬਰ ਉਹਨੂੰ ਤਖਤ ਤੇ ਬਿਠਾਉਣਾ ਚਾਹੁੰਦਾ, ਪੋਤਰੇ ਨੂੰ ਬਿਠਾਉਣਾ ਚਾਹੁੰਦਾ, ਪਰ ਪੁੱਤਰ ਨੂੰ ਨਹੀਂ। ਪੋਤਰਾ ਸਿਆਣਾ ਲਿਆਕਤ ਵਾਲਾ ਹੈ ਤੇ ਪੁੱਤਰ ਜਿਹੜਾ ਉਹ ਯਾਸ਼ ਹੈ, ਸ਼ਰਾਬ ਦਾ ਸੇਵਨ ਕਰਨ ਵਾਲਾ, ਹਰ ਵੇਲੇ ਨਸ਼ੇ ਵਿੱਚ ਧੁੱਤ ਰਹਿਣ ਵਾਲਾ। ਅਕਬਰ ਨਹੀਂ ਚਾਹੁੰਦਾ ਪੁੱਤਰ ਨੂੰ ਰਾਜ ਮਿਲੇ, ਪੋਤਰੇ ਨੂੰ ਰਾਜ ਪ੍ਰਾਪਤ ਹੋਵੇ। ਜਦੋਂ ਇਹ ਗੱਲ ਅਫਸਰਾਂ ਦੇ ਵਿੱਚ ਜਾਂ ਮੰਤਰੀਆਂ ਵਿੱਚ ਪ੍ਰਸਿੱਧ ਹੋ ਗਈ ਨਾ ਵੀ ਪੁੱਤਰ ਨੂੰ ਰਾਜ ਨਹੀਂ ਮਿਲਣਾ, ਤੇ ਸਲੀਮ ਨੇ ਫਿਰ ਗੁਰਮੁਖੋ ਉਸ ਵੇਲੇ ਬਗਾਵਤ ਕਰ ਦਿੱਤੀ, ਆਪਣੇ ਪਿਤਾ ਦੇ ਖਿਲਾਫ ਹੋ ਗਿਆ ਅਤੇ ਇਸ ਤਰ੍ਹਾਂ ਬਗਾਵਤ ਕਰਦਿਆਂ ਕਰਦਿਆਂ ਦੱਖਣ ਵਿੱਚ ਪਹੁੰਚ ਗਿਆ। ਅਕਬਰ ਨੇ ਮਗਰ ਆਪਣੇ ਸਿਪਾਹੀ ਲਾ ਦਿੱਤੇ। ਆਪਣੇ ਪੁੱਤਰ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਅਕਬਰ ਬਾਦਸ਼ਾਹ ਦੇ ਵੱਲੋਂ ਹੋਇਆ। ਪਰ ਕਹਿਣ ਲੱਗੇ ਦੱਖਣ ਦੇ ਵਿੱਚ ਇੱਕ ਅਹਿਮਦ ਸਰਹੱਦੀ ਨਾਮ ਦਾ ਇੱਕ ਮੁਸਲਮਾਨ ਹੈ। ਅਹਿਮਦ ਸਰਹੱਦੀ ਉਹਦਾ ਨਾਮ ਹੈ ਗੁਰਮੁਖੋ। ਮੁਸਲਮਾਨਾਂ ਦੇ ਵਿੱਚ ਬੜਾ ਸਤਿਕਾਰਯੋਗ ਹੈ ਔਰ ਸਰਕਾਰ ਦੇ ਜਾਂ ਦਰਬਾਰ ਦੇ ਜਿੰਨੇ ਕੰਮ ਨੇ ਸਾਰਿਆਂ ਵਿੱਚ ਇਹਦੀ ਰਾਏ ਪੁੱਛੀ ਜਾਂਦੀ ਹੈ। ਜੋ ਇਹ ਕਹਿੰਦਾ ਉਹੀ ਹੁੰਦਾ ਹੈ, ਇੰਨੀ ਆਪਣੀ ਇਹ ਪਹੁੰਚ ਰੱਖਦਾ। ਜਦੋਂ ਸਲੀਮ ਨੇ ਵੇਖਿਆ ਵੀ ਮੈਨੂੰ ਰਾਜ ਤੇ ਹੁਣ ਮਿਲਣਾ ਨਹੀਂ, ਮੇਰੇ ਪਿਤਾ ਨੇ ਮੈਨੂੰ ਗ੍ਰਿਫਤਾਰ ਕਰਵਾ ਕੇ ਮਾਰ ਦੇਣਾ, ਇਹ ਸਲੀਮ ਫਿਰ ਦੌੜ ਕੇ ਅਹਿਮਦ ਸਰਹੱਦੀ ਦੇ ਕੋਲ ਪਹੁੰਚਿਆ, ਕਿਵੇਂ ਨਾ ਕਿਵੇਂ ਮੈਨੂੰ ਰਾਜ ਭਾਗ ਦਿਵਾਓ। ਜਦੋਂ ਇਹ ਜਾ ਕੇ ਬਚਨ ਸਲੀਮ ਨੇ ਆਖਿਆ ਨਾ ਉਸ ਮੁਸਲਮਾਨ ਪੀਰ ਨੂੰ, ਤੇ ਉਹ ਮੁਸਲਮਾਨ ਪੀਰ ਜਿਹੜਾ ਹੈ ਉਹ ਗੁਰੂ ਨਾਨਕ ਦੇ ਘਰ ਦੇ ਨਾਲ ਬੜੀ ਈਰਖਾ ਕਰਦਾ। ਉਹਦਾ ਵਿਚਾਰ ਇਹ ਹੈ ਵੀ ਭੋਲੇ ਭਾਲੇ ਮੁਸਲਮਾਨ ਔਰ ਹਿੰਦੂ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਦੇ ਸਿੱਖ ਬਣਦੇ ਪਏ। ਇਸਲਾਮ ਦੇ ਵਾਸਤੇ ਗੁਰੂ ਨਾਨਕ ਦੇ ਘਰ ਨੂੰ ਉਹ ਬਹੁਤ ਵੱਡਾ ਵੇਖਦਾ ਹੈ ਵੀ ਖਤਰਾ ਹੈ ਗੁਰੂ ਨਾਨਕ ਦੇ ਘਰ ਤੋਂ। ਇਸ ਸਰਹੱਦੀ ਪੀਰ ਨੇ ਆਖਿਆ ਵੀ ਜੇ ਮੈਂ ਤਖਤ ਦਵਾਵਾਂ ਤੇ ਤੂੰ ਮੇਰੇ ਵਾਸਤੇ ਕੀ ਕਰੇਗਾ। ਤੇ ਸਲੀਮ ਨੇ ਆਖਿਆ ਵੀ ਤੁਸੀਂ ਮੈਨੂੰ ਤਖਤ ਦਵਾਓ ਜੀ, ਰਾਜ ਦਵਾਓ, ਰਾਜ ਭਾਗ ਤੇ ਮੈਂ ਬੈਠਾਂਗਾ, ਜੋ ਤੁਸੀਂ ਕਹੋਗੇ ਨਾ ਮੈਂ ਉਹ ਕਰਾਂਗਾ, ਤੁਹਾਡਾ ਹੁਕਮ ਸਭ ਤੋਂ ਪਹਿਲਾਂ ਮੰਨਿਆ ਜਾਏਗਾ। ਇਹ ਜਿਹੜਾ ਅਹਿਮਦ ਸਰਹੱਦੀ ਹੈ ਇਹਨੇ ਆਖਿਆ ਇਹ ਗੱਲ ਮੈਨੂੰ ਕਾਗਜ਼ ਤੇ ਲਿਖ ਕੇ ਦੇ, ਆਪਣੇ ਵੱਲੋਂ ਲਿਖਤੀ ਰੂਪ ਵਿੱਚ ਇਹ ਗੱਲ ਮੈਨੂੰ ਦਿਓ ਕਿ ਜੇ ਮੈਂ ਤੈਨੂੰ ਤਖਤ ਦਵਾ ਦੇਵਾਂ ਤੇ ਜਦੋਂ ਮੈਂ ਤੈਨੂੰ ਕੋਈ ਕੰਮ ਕਵਾਂਗਾ ਉਹ ਤੈਨੂੰ ਕਰਨਾ ਪਵੇਗਾ। ਹੁਣ ਗੁਰਮੁਖੋ ਰਾਜ ਦਾ ਲਾਲਚ ਕਿਹਨੂੰ ਨਹੀਂ ਹੈ। ਉਸੇ ਵੇਲੇ ਲਿਖ ਕੇ ਦੇ ਦਿੱਤਾ, ਠੀਕ ਹੈ ਮੈਨੂੰ ਰਾਜ ਦਵਾ ਦਿਓ, ਜੋ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਇਸ ਅਹਿਮਦ ਸਰਹੱਦੀ ਨੇ ਬਾਦਸ਼ਾਹ ਅਕਬਰ ਨੂੰ ਪ੍ਰੇਰਿਆ, ਸਮਝਾ ਕੇ ਉਹਦਾ ਵਿਚਾਰ ਬਦਲਾਇਆ ਕਿ ਰਾਜ ਪੁੱਤਰ ਨੂੰ ਦੇਣਾ ਬਣਦਾ ਹੈ, ਪੋਤਰੇ ਨੂੰ ਰਾਜ ਤੇ ਬਾਅਦ ਵਿੱਚ ਵੀ ਮਿਲ ਜਾਏਗਾ, ਆਪ ਜੀ ਪੁੱਤਰ ਨੂੰ ਰਾਜ ਦਿਓ। ਜਦੋਂ ਅਕਬਰ ਮੰਨ ਗਿਆ, ਸਲੀਮ ਨੂੰ ਤਖਤ ਤੇ ਬਿਠਾਇਆ, ਰਾਜ ਤਿਲਕ ਦਿੱਤਾ ਗਿਆ ਤੇ ਦੁਨੀਆ ਦੇ ਵਿੱਚ ਉਹ ਜਿਹੜਾ ਸਲੀਮ ਨਾਮ ਦਾ ਵਿਅਕਤੀ ਹੈ ਜਾਂ ਸ਼ਹਿਜ਼ਾਦਾ ਹੈ ਉਹ ਜਹਾਂਗੀਰ ਬਣ ਕੇ ਸੰਸਾਰ ਵਿੱਚ ਪ੍ਰਸਿੱਧ ਹੋਇਆ। ਤਖਤ ਤੇ ਬੈਠਿਆਂ ਇਹਨੇ ਆਪਣਾ ਨਾਮ ਬਦਲਿਆ, ਸਲੀਮ ਤੋਂ ਜਹਾਂਗੀਰ ਬਣ ਗਿਆ।
ਜਹਾਂਗੀਰ ਬਣ ਕੇ ਤਖਤ ਦੇ ਉੱਪਰ ਬੈਠਾ। ਜਦੋਂ ਰਾਜ ਭਾਗ ਨੂੰ ਸਾਂਭਿਆ, ਉਹ ਜਿਹੜਾ ਸਰਹੱਦੀ ਪੀਰ ਸੀਗਾ ਅਹਿਮਦ ਸਰਹੱਦੀ, ਉਹਨੇ ਉਹ ਕਾਗਜ਼ ਦਾ ਟੁਕੜਾ ਲਿਆ ਕੇ ਅੱਗੇ ਕੀਤਾ ਵੀ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਜੇ ਰਾਜ ਭਾਗ ਤੇ ਮੈਨੂੰ ਬਿਠਾ ਦੇਵੇਂ, ਜਿਹੜੀ ਤੂੰ ਗੱਲ ਕਵੇਂਗਾ ਉਹ ਮੰਨ ਲਵਾਂਗਾ। ਮੇਰੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਜਿਹੜੀ ਗੱਦੀ ਚੱਲਦੀ ਪਈ ਹੈ, ਇਹ ਕਾਫਰਾਂ ਦਾ ਘਰ ਹੈ। ਇਸ ਗੱਦੀ ਨੂੰ ਬਿਲਕੁਲ ਬੰਦ ਕੀਤਾ ਜਾਵੇ, ਇਸ ਘਰ ਨੂੰ ਬੰਦ ਕਰਵਾ ਦਿੱਤਾ ਜਾਵੇ। ਇਹ ਮੇਰਾ ਹੁਕਮ ਹੈ, ਇਸ ਨੂੰ ਮੰਨਿਆ ਜਾਵੇ। ਕਹਿਣ ਲੱਗੇ, ਜਹਾਂਗੀਰ ਨੇ ਉਸ ਵੇਲੇ ਆਖਿਆ, ਠੀਕ ਹੈ, ਤੁਹਾਡਾ ਹੁਕਮ ਮੰਨਿਆ ਜਾਵੇਗਾ, ਮੈਨੂੰ ਥੋੜਾ ਸਮਾਂ ਦਿੱਤਾ ਜਾਵੇ, ਮੈਂ ਸਮੇਂ ਮੁਤਾਬਕ ਸਭ ਕੁਝ ਕਰ ਦਿਆਂ। ਇਹ ਵੱਡੀ ਗੱਲ ਇਹ ਹੈ ਕਿ ਬਾਦਸ਼ਾਹ ਖੁਦ ਚਾਹੁੰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਨਾ, ਕਿਉਂਕਿ ਇਹ ਜਿਹੜੀ ਗੱਲ ਹੈ ਨਾ, ਇਹ ਜਹਾਂਗੀਰ ਨੇ ਆਪਣੇ ਜੀਵਨ ਦੇ ਵਿੱਚ ਲਿਖੀ ਹੈ। ਇਤਿਹਾਸਕਾਰ ਕਹਿੰਦੇ ਨੇ ਵੀ ਜਹਾਂਗੀਰ ਆਪਣੀ ਰੋਜ਼ ਜੀਵਨੀ ਲਿਖਦਾ, ਇੱਕ ਡਾਇਰੀ ਲਾਈ ਹੈ, ਡਾਇਰੀ ਦੇ ਉੱਪਰ ਆਪਣੀ ਰੋਜ਼ ਦੀ ਰੋਜ਼ ਉਹ ਜੀਵਨੀ ਲਿਖਦਾ ਵੀ ਮੈਂ ਅੱਜ ਆਹ ਕੀਤਾ ਜਾਂ ਮੇਰਾ ਇਹ ਵਿਚਾਰ ਬਣਿਆ। ਉਸ ਡਾਇਰੀ ਦਾ ਨਾਮ ਹੈ ਤੁਝ ਕਰੇ ਜਹਾਂਗੀਰੀ। ਉਹਦੇ ਵਿੱਚ ਉਹਨੇ ਆਪ ਖੁਦ ਜ਼ਿਕਰ ਕੀਤਾ ਹੈ ਕਿ ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਨਾਮ ਦੀ ਜਗ੍ਹਾ ਹੈ। ਇਸ ਜਗ੍ਹਾ ਦੇ ਉੱਪਰ ਇੱਕ ਅਰਜਨ, ਗੁਰੂ ਅਰਜਨ ਨਾਮ ਦਾ ਇੱਕ ਪੀਰ ਰਹਿੰਦਾ ਹੈ, ਜਿਹੜਾ ਬਹੁਤ ਵੱਡੇ ਪਖੰਡ ਕਰਦਾ ਹੈ। ਮੈਂ ਉਸ ਘਰ ਨੂੰ ਬੰਦ ਕਰਨ ਵਾਸਤੇ ਇਹ ਆਪਣੀ ਸਹਿਮਤੀ ਦੇ ਨਾਲ ਹੁਕਮ ਦਿੱਤਾ ਹੈ। ਇਹ ਸਭ ਕੁਝ ਉਸਨੇ ਆਪਣੀ ਜੀਵਨੀ ਵਿੱਚ ਲਿਖਿਆ। ਭਾਵੇਂ ਕਿ ਬਾਅਦ ਵਿੱਚ ਉਹ ਮਾਤਾ ਗੰਗਾ ਜੀ ਦੇ ਕੋਲ ਮੁੱਕਰ ਗਿਆ ਕਿ ਮੈਨੂੰ ਤੇ ਪਤਾ ਹੀ ਨਹੀਂ ਹੈ, ਪਰ ਹੋਇਆ ਸਭ ਕੁਝ ਉਹਦੀ ਸਹਿਮਤੀ ਨਾਲ। ਇਹ ਹੈ ਮੁੱਖ ਕਾਰਨ। ਉਹਦੇ ਨਾਲ ਨਿੱਕੇ ਨਿੱਕੇ ਕਾਰਨ ਜਿਹਨੂੰ ਆਪਾਂ ਕਹਿ ਦਈਏ ਵੀ ਬਹਾਨਾ ਬਣ ਜਾਣਾ। ਬਹਾਨਾ ਇਹ ਬਣਿਆ, ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਝਗੜਾ ਕਰਕੇ ਬਾਦਸ਼ਾਹ ਦੇ ਕੋਲ ਜਾ ਕੇ ਅਰਜੀ ਲਾਈ, ਜੀ ਮੇਰੇ ਭਰਾ ਨੇ ਮੈਨੂੰ ਘਰੋਂ ਬਾਹਰੋਂ ਕੱਢ ਦਿੱਤਾ ਹੈ, ਗੱਦੀ ਦਾ ਮਾਲਕ ਮੈਂ ਆ, ਮੈਨੂੰ ਗੱਦੀ ਮਿਲੀ ਨਹੀਂ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਗੱਦੀ ਦਿਵਾਓ। ਜਦੋਂ ਪ੍ਰਿਥੀ ਚੰਦ ਨੇ ਇਹ ਫਰਿਆਦ ਲਾਈ ਨਾ ਦਿੱਲੀ ਦਰਬਾਰ ਵਿੱਚ ਜਾ ਕੇ, ਉੱਥੇ ਇੱਕ ਗੁਰੂ ਘਰ ਦਾ ਸ਼ਰਧਾਲੂ ਰਹਿੰਦਾ ਹੈ, ਨਾਮ ਹੈ ਉਹਦਾ ਵਜ਼ੀਰ ਖਾਨ, ਹੈ ਮੁਸਲਮਾਨ ਹੈ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਰਧਾਲੂ ਹੈ। ਉਹਨੇ ਬਾਦਸ਼ਾਹ ਨੂੰ ਦੱਸਿਆ ਵੀ ਬਾਦਸ਼ਾਹ ਸਲਾਮਤ, ਇਹ ਬੰਦਾ ਗਲਤ ਪੁਕਾਰ ਕਰਦਾ ਪਿਆ ਹੈ। ਗੁਰੂ ਪਾਤਸ਼ਾਹ ਦੀ ਗੁਰਤਾ ਗੱਦੀ ਗੁਰੂ ਰਾਮਦਾਸ ਨੇ ਆਪ ਦਿੱਤੀ ਹੈ ਆਪਣੇ ਪੁੱਤਰ ਨੂੰ ਜੋਗ ਵੇਖ ਕੇ, ਇਹ ਜੋਗ ਨਹੀਂ ਹੈ ਤੇ ਤਾਂ ਨਹੀਂ ਇਹਨੂੰ ਮਿਲੀ ਹੈ। ਬਾਦਸ਼ਾਹ ਨੇ ਆਪਣੇ ਵਜ਼ੀਰ ਦੀ ਗੱਲ ਸੁਣ ਕੇ ਆਖਿਆ ਪ੍ਰਿਥੀ ਚੰਦ ਨੂੰ ਕਿ ਪ੍ਰਿਥੀ ਚੰਦ ਜੀ, ਮੈਂ ਤੁਹਾਨੂੰ ਗੁਰਤਾ ਗੱਦੀ ਨਹੀਂ ਦਵਾ ਸਕਦਾ, ਪਰ ਗੁਰਤਾ ਗੱਦੀ ਦੇ ਮੁਕਾਬਲੇ ਤੁਹਾਨੂੰ ਜੋ ਚਾਹੀਦਾ ਉਹ ਮੈਂ ਦੇਣ ਨੂੰ ਤਿਆਰ ਹਾਂ। ਇਤਿਹਾਸਕਾਰ ਕਹਿੰਦੇ ਨੇ 14,500 ਵਿਗਾ ਜ਼ਮੀਨ ਜਿਹੜੀ ਹੈ, ਉਹਦਾ ਪਟਾ ਜਿਹੜਾ ਸੀ ਨਾ, ਹੇਹਰ ਨਾਮ ਦਾ ਪਿੰਡ ਤੇ ਕਦੇਰ ਨਾਮ ਦਾ ਪਿੰਡ, ਇਹ ਦੋ ਪਿੰਡ ਨੇ ਮਾਲਵੇ ਦੇ ਅੰਦਰ। ਇਹਨਾਂ ਦੋਵਾਂ ਪਿੰਡਾਂ ਦੀ ਜਗੀਰ ਦਾ ਪਟਾ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਨਾਮ ਕੀਤਾ। ਇਤਿਹਾਸਕਾਰ ਕਹਿੰਦੇ 14,500 ਏਕੜ 14,500 ਵਿਗਾ ਜ਼ਮੀਨ ਜਿਹੜੀ ਹੈ ਉਹ ਨਾ ਕਰ ਦਿੱਤੀ। ਭਾਵੇਂ ਕਿ ਆਮਦਨੀ ਪ੍ਰਿਥੀ ਚੰਦ ਦੀ ਵੱਧ ਗਈ, ਪਰ ਲਾਲਸਾ ਨਹੀਂ ਮੁੱਕੀ ਕਿ ਜੇ ਮੈਂ ਗੁਰੂ ਹੁੰਦਾ ਲੋਕਾਂ ਨੇ ਮੱਥਾ ਟੇਕਣਾ ਸੀ, ਮੇਰਾ ਸਤਿਕਾਰ ਹੋਣਾ ਸੀ। ਹੁਣ ਮੈਂ ਜ਼ਮੀਨ ਲੈ ਲਈ ਹੈ, ਹੁਣ ਮੈਂ ਫਰਿਆਦ ਵੀ ਨਹੀਂ ਕਰ ਸਕਦਾ। ਪਰ ਗੁਰਮੁਖੋ, ਜਦੋਂ ਬੰਦੇ ਦਾ ਲਾਲਚ ਵੱਧ ਜਾਵੇ ਨਾ, ਫਿਰ ਬੰਦਾ ਨਵੇਂ-ਨਵੇਂ ਤਰੀਕੇ ਲੱਭ ਲੈਂਦਾ। ਜਿਵੇਂ ਅੱਜ ਆਪਣੇ ਤੇ ਮੰਨ ਲਾ ਆਪਾਂ ਕਿਸੇ ਤੇ ਕੇਸ ਕਰਨਾ ਹੋਵੇ ਤੇ ਵਕੀਲ ਆਪਾਂ ਨੂੰ ਕਈ ਰਾਹ ਦੱਸਦਾ ਵੀ ਜੇ ਤੂੰ ਆਹ ਨਹੀਂ ਕਰ ਸਕਦਾ ਤੇ ਆਹ ਕੰਮ ਕਰ ਲੈ। ਇਹਨੇ ਵੇਖਿਆ ਵੀ ਹੁਣ ਮੈਂ ਤੇ ਫਰਿਆਦ ਕਰ ਨਹੀਂ ਸਕਦਾ, ਵੀ ਬਾਦਸ਼ਾਹ ਨੇ ਕਹਿਣਾ ਵੀ ਮੈਂ ਤੇ ਤੈਨੂੰ ਇੰਨੀ ਜ਼ਮੀਨ ਦੇ ਦਿੱਤੀ ਹੈ, ਹੁਣ ਤੂੰ ਕਾਹਦੀ ਫਰਿਆਦ ਕਰਦਾ। ਦੂਜੀ ਫਿਰ ਅਰਜੀ ਲਾਈ ਗਈ, ਉਹਦੇ ਵਿੱਚ ਲਿਖਿਆ ਗਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਕੋਈ ਪੁੱਤਰ ਨਹੀਂ ਸੀ, ਮੇਰੇ ਪੁੱਤਰ ਨੂੰ ਇਹ ਆਪਣਾ ਪੁੱਤਰ ਮੰਨਦੇ ਸਨ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਆਪਣਾ ਪੁੱਤਰ ਹੋ ਗਿਆ ਤੇ ਮੇਰੇ ਪੁੱਤਰ ਨੂੰ ਇਹਨਾਂ ਨੇ ਲਾਂਭੇ ਕਰ ਦਿੱਤਾ ਹੈ। ਜਿਹੜੀ ਗੁਰੂ ਘਰ ਦੀ ਜਗੀਰ ਹੈ, ਆਮਦਨ ਹੈ, ਉਹਦੇ ਵਿੱਚੋਂ ਅੱਧਾ ਹਿੱਸਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦਿੱਤਾ ਜਾਵੇ, ਅੱਧਾ ਹਿੱਸਾ ਮੇਰੇ ਪੁੱਤਰ ਨੂੰ ਮਿਹਰਬਾਨ ਨੂੰ ਦਿੱਤਾ ਜਾਵੇ।
ਕਿਉਂਕਿ ਮਹਾਰਾਜ ਨੇ ਉਹਨੂੰ ਪੁੱਤਰ ਸਮਝ ਕੇ ਪਾਲਿਆ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਨੇ ਕੀਤੀਆਂ ਔਰ ਕਰਵਾਈਆਂ। ਤੇ ਗੁਰਮੁਖੋ ਇਧਰੋਂ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਪਾਤਸ਼ਾਹ ਵਾਸਤੇ ਆਇਆ। ਚੰਦੂ ਨੇ ਰਿਸ਼ਤਾ ਤੋਰਨ ਵੇਲੇ ਆਖਿਆ, ਘਰ ਮੇਰੇ ਵਰਗਾ ਹੋਣਾ ਚਾਹੀਦਾ, ਜਿਹੜਾ ਮੇਰਾ ਜਵਾਈ ਬਣੇ ਉਹ ਬੜਾ ਖੂਬਸੂਰਤ ਹੋਣਾ ਚਾਹੀਦਾ, ਧਨ ਪਦਾਰਥ ਦੀ ਕਮੀ ਹੋਣੀ ਨਹੀਂ ਚਾਹੀਦੀ ਤੇ ਕੁੱਲ ਖਾਨਦਾਨ ਉੱਚਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਕਹਿ ਕੇ ਲਾਗੀਆਂ ਨੂੰ ਤੋਰਿਆ। ਲਾਗੀ ਹਿੰਦੁਸਤਾਨ ਦੇ ਵੱਖ-ਵੱਖ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਲੱਭਦਿਆਂ ਲਭਾਉਂਦਿਆਂ ਚੱਲੇ ਜਾ ਰਹੇ। ਜੇ ਕਿਤੇ ਲੜਕਾ ਸੋਹਣਾ ਮਿਲਦਾ ਤੇ ਘਰ-ਬਾਰ ਅਮੀਰ ਨਹੀਂ ਹੈ, ਜੇ ਘਰ-ਬਾਰ ਅਮੀਰ ਮਿਲ ਜਾਂਦਾ ਤੇ ਜਿਹੜਾ ਉਹ ਖਾਨਦਾਨ ਚਾਹੀਦਾ ਉਹੋ ਜਿਹਾ ਖਾਨਦਾਨ ਨਹੀਂ ਮਿਲਦਾ। ਕਹਿਣ ਤੋਂ ਭਾਵ ਇਹ ਆ ਵੀ ਉਹ ਚਲਦਿਆਂ ਜਦੋਂ ਲਾਹੌਰ ਸ਼ਹਿਰ ਆਏ ਨਾ ਤੇ ਉਹਨਾਂ ਲਾਗੀਆਂ ਨੇ ਇੱਥੇ ਆ ਕੇ ਆਖਿਆ ਵੀ ਅਸੀਂ ਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ, ਸਾਨੂੰ ਉਹੋ ਜਿਹਾ ਘਰ ਹੀ ਨਹੀਂ ਮਿਲਦਾ ਪਿਆ। ਉੱਥੋਂ ਦੇ ਲੋਕਾਂ ਨੇ ਦੱਸਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੜੇ ਸੋਹਣੇ ਸੁਨੱਖੇ ਨੇ ਅਤੇ ਖਾਨਦਾਨ ਵੀ ਉਹਨਾਂ ਦਾ ਉੱਚਾ ਸੋਢੀ ਕੁੱਲ ਹੈ ਅਤੇ ਧਨ ਪਦਾਰਥਾਂ ਦੀ ਕਮੀ ਕੋਈ ਨਹੀਂ ਹੈ। ਇਸ ਤਰ੍ਹਾਂ ਲਾਹੌਰ ਤੋਂ ਪਤਾ ਕਰਕੇ ਉਹ ਲਾਗੀ ਅੰਮ੍ਰਿਤਸਰ ਦੀ ਧਰਤੀ ਤੇ ਆਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਇਹਨਾਂ ਨੇ ਰਿਸ਼ਤਾ ਕਰ ਦਿੱਤਾ। ਰਿਸ਼ਤਾ ਕਰਕੇ ਜਦੋਂ ਵਾਪਸ ਮੁੜੇ ਜਾ ਕੇ ਦਿੱਲੀ ਦੇ ਵਿੱਚ ਚੰਦੂ ਨੂੰ ਦੱਸਿਆ ਕਿ ਅਸੀਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਤੇਰੀ ਪੁੱਤਰੀ ਦਾ ਰਿਸ਼ਤਾ ਕੀਤਾ ਹੈ। ਚੰਦੂ ਨੇ ਨੱਕ ਚੜਾ ਕੇ ਆਖਿਆ, ਮੈਂ ਕਿੱਥੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਵਜ਼ੀਰ ਹਾਂ, ਐਡੀ ਵੱਡੀ ਮੇਰੇ ਕੋਲ ਇਹ ਜ਼ਿੰਮੇਵਾਰੀ ਹੈ, ਇੰਨਾ ਮੇਰੇ ਕੋਲ ਧਨ ਪਦਾਰਥ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਤੇ ਇੱਕ ਫਕੀਰ ਨੇ ਇੱਕ ਸਾਧੂ ਨੇ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆਏ ਹੋ, ਨਾਲੇ ਨੱਕ ਚੜਾਇਆ। ਤੇ ਕਹਿਣ ਲੱਗੇ ਚੰਦੂ ਦੇ ਘਰ ਦੇ ਵਿੱਚ ਕੋਈ ਸਿੱਖ ਵਿਅਕਤੀ ਕੰਮ ਕਰਦਾ। ਜਦੋਂ ਉਹਨੇ ਬਚਨ ਸੁਣਿਆ ਉਹਨੇ ਦਿੱਲੀ ਦੀਆਂ ਸੰਗਤਾਂ ਨੂੰ ਦੱਸਿਆ। ਦਿੱਲੀ ਦੀਆਂ ਸੰਗਤਾਂ ਨੇ ਚਿੱਠੀ ਲਿਖੀ ਹੈ ਕਿ ਮਹਾਰਾਜ ਸਾਹਿਬ ਜੀ ਚੰਦੂ ਹੰਕਾਰੀ ਹੈ, ਇਹਦੀ ਪੁੱਤਰੀ ਦਾ ਰਿਸ਼ਤਾ ਨਾ ਆਪ ਜੀ ਲਓ। ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤ ਦਾ ਬਚਨ ਮੰਨ ਕੇ ਰਿਸ਼ਤੇ ਤੋਂ ਨਾ ਕੀਤੀ ਹੈ। ਹੁਣ ਚੰਦੂ ਵੀ ਵੈਰੀ ਬਣ ਗਿਆ। ਚੰਦੂ ਵੀ ਵੈਰ ਕਰਦਾ ਪਿਆ, ਆਪਣੇ ਰਿਸ਼ਤੇ ਦੀ ਕਿੜ ਕੱਢਣ ਵਾਸਤੇ ਵੀ ਮੇਰੀ ਬੇਇੱਜ਼ਤੀ ਹੋਈ ਹੈ। ਮਹਾਰਾਜ ਦੇ ਵੱਡੇ ਭਰਾ ਪ੍ਰਿਥੀ ਚੰਦ ਵੀ ਚਾਹੁੰਦੇ ਵੀ ਇਹ ਨਾ ਰਹਿਣ ਤੇ ਗੁਰਤਾ ਗੱਦੀ ਮੈਨੂੰ ਮਿਲੇ। ਕਹਿਣ ਲੱਗੇ ਇਤਿਹਾਸ ਦੇ ਵਿੱਚ ਇੱਕ ਬਚਨ ਹੋਰ ਆਉਂਦਾ ਹੈ ਕਿ ਬਾਦਸ਼ਾਹ ਜਹਾਂਗੀਰ ਕਿਤੇ ਜਾਂਦਾ ਜਾਂਦਾ ਘੋੜੇ ਤੋਂ ਡਿੱਗ ਪਿਆ ਤੇ ਉਸਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਵੀ ਮੈਂ ਘੋੜੇ ਤੋਂ ਡਿੱਗਿਆ, ਇਹਦੇ ਵਿੱਚ ਕਾਰਨ ਕੀ ਹੋ ਸਕਦਾ? ਤੇ ਵਜ਼ੀਰਾਂ ਨੇ ਕਿਹਾ ਵੀ ਇਹ ਕਾਰਨ ਤੇ ਜਿਹੜੇ ਜੋਤਸ਼ੀ ਨੇ ਉਹ ਦੱਸ ਸਕਦੇ ਵੀ ਤੂੰ ਘੋੜੇ ਤੋਂ ਕਿਉਂ ਡਿੱਗਿਆ। ਜਦੋਂ ਜੋਤਸ਼ੀਆਂ ਨੂੰ ਪੁੱਛਿਆ ਗਿਆ ਤੇ ਉਹ ਕਹਿਣ ਲੱਗੇ ਵੀ ਇਹਦੀ ਕੁੰਡਲੀ ਲੈ ਕੇ ਆਓ। ਬਾਦਸ਼ਾਹ ਦੀ ਅਸੀਂ ਕੁੰਡਲੀ ਵੇਖ ਕੇ ਦੱਸਾਂਗੇ ਵੀ ਇਹ ਡਿੱਗਿਆ ਕਿਉਂ। ਜਦੋਂ ਬਾਦਸ਼ਾਹ ਨੇ ਆਖਿਆ ਮੇਰੀ ਕੁੰਡਲੀ ਲਿਆਓ, ਚੰਦੂ ਵਰਗਿਆਂ ਨੇ ਰੌਲਾ ਪਵਾ ਦਿੱਤਾ ਜੀ ਕੁੰਡਲੀ ਤੇ ਤੁਹਾਡੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਰਹਿੰਦੇ ਨੇ ਚੋਰ, ਅਸੀਂ ਬਿਆਸ ਦਰਿਆ ਪਾਰ ਕਰਦੇ ਪਏ, ਉਹ ਤੁਹਾਡੀ ਕੁੰਡਲੀ ਤੇ ਚੋਰ ਲੈ ਗਏ, ਉਹਨਾਂ ਨੇ ਚੁਰਾ ਲਈ ਹੈ। ਕਹਿਣ ਤੋਂ ਭਾਵ ਇਹ ਆ ਵੀ ਹਿੰਦੁਸਤਾਨ ਦੇ ਵਿੱਚ ਕੋਈ ਵੀ ਪੰਜਾਬ ਦੀ ਧਰਤੀ ਤੇ ਮਾੜਾ ਕੰਮ ਹੁੰਦਾ ਹੈ, ਇਹ ਬਾਦਸ਼ਾਹ ਦੇ ਵਜ਼ੀਰ ਨਾਮ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਲਾਉਂਦੇ ਵੀ ਇਹ ਕੰਮ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਰਵਾਇਆ। ਔਰ ਇਹਦੇ 'ਚ ਇੱਕ ਘਟਨਾ ਹੋਰ ਉਹਨਾਂ ਨੇ ਜੋੜ ਦਿੱਤੀ ਹੈ। ਜਦੋਂ ਜਹਾਂਗੀਰ ਤਖਤ ਤੇ ਬੈਠਾ ਤੇ ਅਮੀਰ ਖੁਸਰੋ ਨੇ ਬਗਾਵਤ ਕਰ ਦਿੱਤੀ, ਕਿਉਂਕਿ ਰਾਜ ਉਹਨੂੰ ਮਿਲਦਾ ਪਿਆ ਨਾ। ਹੁਣੇ ਆਪਾਂ ਬਚਨ ਸਰਵਣ ਕੀਤਾ ਹੈ ਵੀ ਅਕਬਰ ਆਪਣੇ ਪੋਤਰੇ ਨੂੰ ਰਾਜ ਦੇਣਾ ਚਾਹੁੰਦਾ ਪਰ ਪੁੱਤਰ ਨੂੰ ਨਹੀਂ, ਪਰ ਉਸ ਪੀਰ ਦੇ ਕਹਿਣ ਤੇ ਰਾਜ ਪੁੱਤਰ ਨੂੰ ਮਿਲ ਗਿਆ ਤੇ ਪੋਤਰੇ ਨੇ ਬਗਾਵਤ ਕਰ ਦਿੱਤੀ। ਉਹ ਬਗਾਵਤ ਕਰਦਾ ਕਰਦਾ ਪੰਜਾਬ ਦੇ ਵਿੱਚੋਂ ਕਿਤੇ ਲੰਘਦਾ ਪਿਆ, ਕਿਤੇ ਜਾਂਦਾ ਪਿਆ ਤੇ ਵਜ਼ੀਰਾਂ ਨੇ ਬਾਦਸ਼ਾਹ ਨੂੰ ਦੱਸਿਆ ਜਹਾਂਗੀਰ ਨੂੰ ਵੀ ਤੇਰਾ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹਜ਼ੂਰੀ ਵਿੱਚ ਚਲਾ ਗਿਆ। ਮਹਾਰਾਜ ਨੇ 1 ਲੱਖ ਰੁਪਈਆ ਉਹਨੂੰ ਮਦਾਦ ਵੀ ਦਿੱਤੀ ਹੈ ਔਰ ਉਹਨੂੰ ਰਾਜ ਭਾਗ ਦਾ ਵਰ ਵੀ ਦਿੱਤਾ ਹੈ। ਜਦੋਂ ਇਹ ਗੱਲਾਂ ਬਾਦਸ਼ਾਹ ਨੇ ਸੁਣੀਆਂ ਕਹਿਣ ਲੱਗਾ ਫਿਰ ਮੈਂ ਲਾਹੌਰ ਜਾਣਾ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਲਾਹੌਰ ਬੁਲਾਇਆ ਜਾਵੇ। ਬਾਦਸ਼ਾਹ ਲਾਹੌਰ ਪਹੁੰਚ ਗਿਆ। ਲਾਹੌਰ ਤੋਂ ਸੁਨੇਹਾ ਆਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਹਾਂਗੀਰ ਤੁਹਾਨੂੰ ਮਿਲਣਾ ਚਾਹੁੰਦਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜਾਣਦੇ ਸਨ ਵੀ ਸਾਡੇ ਸਰੀਰ ਦਾ ਅੰਤ ਸਮਾਂ ਹੁਣ ਨੇੜੇ ਆ ਗਿਆ ਹੈ
ਉਸ ਵੇਲੇ ਮਹਾਰਾਜ ਜੀਆਂ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਕੁਝ 94 ਸਿੱਖਾਂ ਨੂੰ ਨਾਲ ਲੈ ਕੇ ਗੁਰਤਾ ਗੱਦੀ ਤੇ ਬਿਠਾਇਆ। ਗੁਰਤਾ ਗੱਦੀ ਦੀ ਸਾਰੀ ਰਸਮ ਕਰਕੇ ਅਤੇ ਮੁਖੀ ਸਿੱਖਾਂ ਨੂੰ ਇਹ ਬਚਨ ਦੱਸ ਵੀ ਦਿੱਤਾ ਵੀ ਹੁਣ ਅਸੀਂ ਲਾਹੌਰ ਚੱਲੇ ਆ, ਲਾਹੌਰ ਤੋਂ ਅਸੀਂ ਵਾਪਸ ਨਹੀਂ ਆਵਾਂਗੇ। ਜਦੋਂ ਸਾਡੀ ਸ਼ਹੀਦੀ ਹੋ ਜਾਵੇ ਉਸ ਤੋਂ ਬਾਅਦ ਵਿੱਚ ਸਾਡੇ ਪੁੱਤਰ ਨੂੰ ਸੰਗਤ ਦੇ ਸਾਹਮਣੇ ਗੁਰਤਾ ਗੱਦੀ ਦੀ ਰਸਮ ਕਰਕੇ ਤੇ ਸੰਗਤ ਵਿੱਚ ਗੁਰਤਾ ਗੱਦੀ ਤੇ ਬਿਠਾ ਦੇਣਾ। ਪਰ ਉਹਨਾਂ ਚਿਰ ਇਹ ਬਚਨ ਗੁਪਤ ਰੱਖਣਾ ਜਿੰਨਾ ਚਿਰ ਸਾਡਾ ਇਹ ਜਿਹੜਾ ਜ਼ਿੰਦਗੀ ਦਾ ਪੜਾਅ ਕਹਿ ਲਈਏ ਜਾਂ ਸ਼ਹੀਦੀ ਨਹੀਂ ਹੁੰਦੀ ਹੈ। ਇਹ ਬਚਨ ਉਹਨਾਂ ਨੇ ਉੱਥੇ ਕਹਿ ਦਿੱਤੇ। ਸਤਿਗੁਰੂ ਮਹਾਰਾਜ ਜੀ ਪਹੁੰਚ ਗਏ ਲਾਹੌਰ। ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਿਆ ਹੋਇਆ ਹੈ। ਸਤਿਗੁਰੂ ਜੀ ਪਹੁੰਚੇ। ਉੱਥੇ ਸਾਰਿਆਂ ਤੋਂ ਪਹਿਲਾਂ ਬਚਨ ਇਹ ਕੀਤਾ ਕਿ ਤੁਸੀਂ ਇੱਕ ਗ੍ਰੰਥ ਲਿਖਦੇ ਪਏ ਹੋ, ਉਸ ਗ੍ਰੰਥ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਲਿਖ ਦਿਓ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਨਹੀਂ, ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰ ਸਕਦੇ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ। ਇਹ ਬਾਣੀ ਨਿਰੰਕਾਰ ਦੀ ਹੈ, ਜਿਵੇਂ ਸਾਨੂੰ ਆਉਂਦੀ ਹੈ ਅਸੀਂ ਉਵੇਂ ਹੀ ਲਿਖਦੇ। ਅਸੀਂ ਜਾਣ ਬੁੱਝ ਕੇ ਕਿਸੇ ਦੀ ਸਿਫਤ ਨਹੀਂ ਲਿਖ ਸਕਦੇ। ਬਾਦਸ਼ਾਹ ਦੀ ਪਹਿਲੀ ਗੱਲ ਨੂੰ ਮਹਾਰਾਜ ਨੇ ਨਕਾਰ ਦਿੱਤਾ। ਦੂਜੀ ਗੱਲ ਇਹ ਬਾਦਸ਼ਾਹ ਨੇ ਆਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਮੇਰੇ ਦਸਤਖਤ ਕਰਵਾਏ ਜਾਣ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵੀ ਇਹ ਗ੍ਰੰਥ ਜਿਹੜਾ ਹੈ ਇਹ ਜਹਾਂਗੀਰ ਦੀ ਆਗਿਆ ਦੇ ਨਾਲ ਬਣਾਇਆ ਗਿਆ ਹੈ। ਮਹਾਰਾਜ ਕਹਿਣ ਲੱਗੇ ਬਾਦਸ਼ਾਹ ਇਹ ਦੁਨੀਆ ਦੇ ਬਾਦਸ਼ਾਹ ਤੇ ਆਉਂਦੇ ਜਾਂਦੇ ਰਹਿਣਗੇ, ਨਾਸਵੰਤ ਨੇ, ਪਰ ਇਹ ਜੁਗੋ ਜੁਗ ਅਟਲ ਗੁਰਬਾਣੀ ਹੈ, ਇਹਦੇ ਤੇ ਦਸਤਖਤ ਨਹੀਂ ਕਿਸੇ ਦੇ ਹੋ ਸਕਦਾ। ਜਦੋਂ ਦੋ ਗੱਲਾਂ ਤੋਂ ਨਾ ਕੀਤੀ ਫਿਰ ਬਾਦਸ਼ਾਹ ਨੇ ਤੀਜਾ ਸਵਾਲ ਕੀਤਾ, ਮੇਰਾ ਪੁੱਤਰ ਮੇਰੀ ਬਗਾਵਤ ਕਰਕੇ ਭੱਜਿਆ ਤੇ ਤੁਸੀਂ ਉਹਨੂੰ 1 ਲੱਖ ਰੁਪਈਆ ਮਦਦ ਦਿੱਤੀ ਹੈ। ਹੁਣ ਜੇ ਤੁਸੀਂ ਆਪਣਾ ਛੁਟਕਾਰਾ ਚਾਹੁੰਦੇ ਹੋ ਤੇ ਉਹਦੇ ਏਵਜ ਦੇ ਵਿੱਚ ਮੈਨੂੰ 2 ਲੱਖ ਰੁਪਈਆ ਡੰਨ ਪਰ 2 ਲੱਖ ਰੁਪਈਆ ਦੇ ਦਿਓ। ਮੇਰੇ ਪੁੱਤਰ ਨੂੰ ਲੱਖ ਦਿੱਤਾ, ਮੈਂ ਉਹਨੂੰ ਮਰਵਾ ਦਿੱਤਾ ਹੈ। ਜੇ ਉਹ ਤੁਸੀਂ ਸਜ਼ਾ ਤੋਂ ਮੁਕਤ ਹੋਣਾ ਚਾਹੁੰਦੇ ਹੋ ਤੇ 2 ਲੱਖ ਰੁਪਈਆ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿਓ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਅਸੀਂ ਤੇਰੇ ਪੁੱਤਰ ਨੂੰ 1 ਲੱਖ ਰੁਪਈਆ ਨਹੀਂ ਦਿੱਤਾ, ਸਾਡੇ ਕੋਲ 1 ਲੱਖ ਕਿੱਥੋਂ ਆਇਆ ਵੀ ਅਸੀਂ ਦੇ ਦਈਏ। ਇਹ ਤੇ ਸੰਗਤ ਦੇ ਪੈਸੇ ਨਾਲ ਲੰਗਰ ਚੱਲਦਾ, ਸੰਗਤ ਦੇ ਪੈਸੇ ਨਾਲ ਹੀ ਰਹਿਣ ਦਾ ਪ੍ਰਬੰਧ ਹੁੰਦਾ ਹੈ। ਸਾਡੇ ਕੋਲ ਮਾਇਆ ਹੈ ਨਹੀਂ, ਨਾ ਅਸੀਂ ਤੇਰੇ ਪੁੱਤਰ ਨੂੰ ਦਿੱਤੀ ਹੈ, ਨਾ ਹੀ ਅਸੀਂ 2 ਲੱਖ ਰੁਪਈਆ ਤੈਨੂੰ ਦੇ ਸਕਦੇ ਹਾਂ। ਸਾਡੇ ਕੋਲ ਤੇ ਕਿਸੇ ਵੀ ਧਰਮ ਦਾ ਵਿਅਕਤੀ ਆ ਜਾਵੇ ਲੰਗਰ ਪ੍ਰਸ਼ਾਦਾ ਚੱਲਦਾ ਰਹਿੰਦਾ ਹੈ। ਜਦੋਂ ਬਾਦਸ਼ਾਹ ਨੇ ਤੀਜਾ ਬਚਨ ਵੀ ਸੁਣਿਆ ਵੀ 2 ਲੱਖ ਰੁਪਏ ਨੂੰ ਵੀ ਸਤਿਗੁਰੂ ਮੰਨੇ ਨਹੀਂ, ਉਸ ਵੇਲੇ ਹੌਲੀ ਜਿਹਾ ਚੰਦੂ ਨੂੰ ਆਪਣੇ ਕੋਲ ਬੁਲਾ ਕੇ ਉਹਦੇ ਕੰਨ ਵਿੱਚ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਜਾਵੇ ਤਸੀਹੇ ਦੇ ਕੇ, ਔਰ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਜਾਵੇ। ਇਸ ਤਰ੍ਹਾਂ ਹੁਕਮ ਕਰਕੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਤੁਸੀਂ ਜਾ ਸਕਦੇ ਹੋ। ਮਹਾਰਾਜ ਕਚਹਿਰੀ ਵਿੱਚੋਂ ਬਾਹਰ ਨਿਕਲੇ। ਚੰਦੂ ਦੇ ਸਿਪਾਹੀ ਪਹਿਲਾਂ ਹੀ ਤਿਆਰੀ ਕਰਕੇ ਕਚਹਿਰੀ ਦੇ ਦਰਵਾਜ਼ੇ ਤੇ ਖਲੋਤੇ ਹੋਏ। ਸਤਿਗੁਰੂ ਬਾਹਰ ਨਿਕਲੇ। ਚੰਦੂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਮੇਰੀ ਹਵੇਲੀ ਵਿੱਚ ਆਓ, ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਬਚਨ ਕਰਨਾ ਹੈ। ਇਸ ਤਰ੍ਹਾਂ ਚੰਦੂ ਮਹਾਰਾਜ ਨੂੰ ਕਹਿ ਕੇ ਆਪਣੀ ਹਵੇਲੀ ਵਿੱਚ ਲੈ ਗਿਆ। ਹਵੇਲੀ ਦਾ ਦਰਵਾਜ਼ਾ ਬੰਦ ਕਰ ਲਿਆ। ਸਤਿਗੁਰਾਂ ਦੇ ਨਾਲ 5 ਸਿੱਖ ਉਹ ਵੀ ਕੈਦ ਕਰ ਲਏ। ਬਾਦਸ਼ਾਹ ਜਾਣ ਬੁੱਝ ਕੇ ਅਗਲੇ ਦਿਨ ਲਾਹੌਰ ਤੋਂ ਆਪਣੇ ਹਾਥੀ ਤੇ ਬੈਠਾ ਤੇ ਸਿੰਧ ਨੂੰ ਚਲਾ ਗਿਆ। ਦੁਨੀਆ ਨੂੰ ਇਹ ਪਤਾ ਲੱਗੇ ਵੀ ਜਹਾਂਗੀਰ ਤੇ ਲਾਹੌਰ ਵਿੱਚ ਹੈ ਹੀ ਨਹੀਂ। ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਬਾਦਸ਼ਾਹ ਨੂੰ ਪਤਾ ਨਹੀਂ ਲੱਗਾ, ਪਰ ਉਹਦਾ ਝੂਠ ਇੱਥੋਂ ਫੜਿਆ ਗਿਆ। ਜਿਹੜੀ ਉਹ ਆਪਣੀ ਡਾਇਰੀ ਵਿੱਚ ਰੋਜ਼ ਇਹ ਗੱਲ ਲਿਖਦਾ ਹੈ, ਉਹਦੇ ਵਿੱਚ ਲਿਖਿਆ ਗਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਸ਼ਹੀਦ ਕਰਨ ਦਾ ਮੈਂ ਹੁਕਮ ਦਿੱਤਾ ਹੈ। ਪਰ ਦੁਨੀਆ ਨੂੰ ਨਾ ਪਤਾ ਲੱਗੇ, ਆਪ ਹਾਥੀ ਤੇ ਚੜਿਆ ਤੇ ਸਿੰਧ ਨੂੰ ਚੱਲ ਪਿਆ। ਨਹੀਂ ਪਤਾ ਲੱਗੇਗਾ, ਮੈਂ ਚੰਦੂ ਤੇ ਇਲਜ਼ਾਮ ਲਾ ਦਿਆਂਗਾ। ਗੁਰਮੁਖੋ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਤੋਂ ਮਗਰੋਂ ਨਾ ਜਹਾਂਗੀਰ ਬਾਦਸ਼ਾਹ ਮਾਤਾ ਗੰਗਾ ਜੀ ਦੇ ਕੋਲ ਆਇਆ। ਆ ਕੇ ਮਾਫੀ ਮੰਗੀ, ਮਾਤਾ ਗੰਗਾ ਜੀ ਰਾਜ ਭਾਗ ਭਾਵੇਂ ਮੇਰਾ ਪਰ ਅਣਜਾਣੇ ਵਿੱਚ ਮੇਰੇ ਵਜ਼ੀਰਾਂ ਨੇ ਮਹਾਰਾਜ ਨੂੰ ਸ਼ਹੀਦ ਕੀਤਾ, ਮੈਨੂੰ ਪਤਾ ਨਹੀਂ ਲੱਗਾ।
ਹੁਣ ਗੁਰਮੁਖੋ ਮਾਤਾ ਗੰਗਾ ਜੀ ਬੜੇ ਵੱਡੇ ਜੀਵਨ ਵਾਲੇ, ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਉਹਨਾਂ ਨੂੰ ਵੀ ਸਭ ਪਤਾ ਹੈ ਕਿ ਬਾਦਸ਼ਾਹ ਝੂਠ ਬੋਲਦਾ ਹੈ। ਪਰ ਨਿਰਭੈ ਮਾਤਾ ਗੰਗਾ ਜੀਆਂ ਨੇ ਉਸ ਵੇਲੇ ਬਚਨ ਕੀਤੇ, ਕਹਿਣ ਲੱਗੇ ਜਹਾਂਗੀਰ ਇਸ ਗੱਲ ਦਾ ਨਿਬੇੜਾ ਇੱਥੇ ਨਹੀਂ, ਇਸ ਗੱਲ ਦਾ ਨਿਬੇੜਾ ਤੇ ਹੁਣ ਉੱਪਰਲੀ ਦਰਗਾਹ ਵਿੱਚ ਕਰਾਂਗੇ। ਉੱਥੇ ਪਤਾ ਲੱਗੇਗਾ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ, ਕਿੰਨੇ ਮਾਰਿਆ ਤੇ ਕਿੰਨੇ ਮਰਵਾਇਆ। ਇਹ ਬੇਬਾਕ ਬਚਨ ਜਿਹੜੇ ਸਾਨੂੰ ਮਾਤਾ ਗੰਗਾ ਜੀਆਂ ਨੇ ਬਾਦਸ਼ਾਹ ਨੂੰ ਕਹੇ ਕਿ ਇਸ ਗੱਲ ਦਾ ਨਿਬੇੜਾ ਤੇ ਹੁਣ ਰੱਬ ਦੀ ਦਰਗਾਹ ਵਿੱਚ ਲਵਾਂਗੇ ਤੇਰੇ ਕੋਲੋਂ, ਕਿੰਨੇ ਕੀ ਕੀਤਾ ਹੈ। ਰੋ ਵਿਚਾਰ ਬਾਦਸ਼ਾਹ ਚਲਾ ਗਿਆ। ਚੰਦੂ ਨੇ ਆਪਣੀ ਹਵੇਲੀ ਵਿੱਚ ਸਤਿਗੁਰਾਂ ਨੂੰ ਕੈਦ ਕਰ ਲਿਆ। ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਨੂੰ 1 ਮਿੰਟ ਵੀ ਸੌਣ ਨਹੀਂ ਦੇਣਾ, ਇਹਨਾਂ ਦੇ ਉੱਪਰ ਪੂਰਾ ਤਗੜਾ ਪਹਿਰਾ ਲਾ ਕੇ ਰੱਖੋ, ਇਹਨਾਂ ਦੀਆਂ ਅੱਖਾਂ ਬੰਦ ਨਹੀਂ ਹੋਣ ਦੇਣੀਆਂ, ਜਦੋਂ ਸੌਣਗੇ ਨਹੀਂ ਦੁਖੀ ਹੋ ਜਾਣਗੇ ਤੇ ਫਿਰ ਮੇਰਾ ਕਹਿਆ ਮੰਨ ਲੈਣਗੇ। ਬਾਦਸ਼ਾਹ ਦੇ ਸਿਪਾਹੀ ਮਹਾਰਾਜ ਦੇ ਹਰ ਵੇਲੇ ਉੱਪਰ ਨਿਗਾਹ ਰੱਖਦੇ, ਇਹ ਕਿਤੇ ਸੌ ਨਾ ਜਾਣ। ਅਗਲਾ ਦਿਨ ਚੜਿਆ, ਵੇਖਿਆ ਵੀ ਨਹੀਂ ਇਹ ਥੱਕੇ ਨਹੀਂ, ਇਹ ਟੁੱਟੇ ਨਹੀਂ, ਇਹ ਮੇਰੀ ਗੱਲ ਮੰਨਣ ਵਾਸਤੇ ਸਹਿਮਤ ਨਹੀਂ ਹੋਏ। ਦੂਜੇ ਦਿਨ ਦਾ ਫਰਮਾਨ ਆ ਗਿਆ, ਰੇਤਾ ਤੱਤੀ ਕਰਕੇ ਤੇ ਬਿਸਤਰੇ ਦੇ ਵਾਂਗ ਵਿਛਾ ਦਿੱਤੀ ਜਾਵੇ ਹਵੇਲੀ ਦੇ ਵਿੱਚ, ਉਹਦੇ ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਿਠਾਇਆ ਜਾਵੇ। ਉਸੇ ਵੇਲੇ ਸਿਪਾਹੀਆਂ ਨੇ ਹੁਕਮ ਮੰਨਿਆ, ਰੇਤਾ ਨੂੰ ਵਿਛਾਇਆ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਿਠਾਉਣ ਲੱਗੇ, ਜਿਹੜੇ 5 ਸਿੱਖ ਇਹਨਾਂ ਨੇ ਕੈਦ ਕੀਤੇ ਨਾ ਮਹਾਰਾਜ ਦੇ ਨਾਲ ਗੁਰਮੁਖੋ, ਉਹ 5 ਸਿੰਘ ਛੇਤੀ ਨਾਲ ਦੌੜ ਕੇ ਰੇਤਾ ਦੇ ਉੱਪਰ ਜਾ ਕੇ ਆਪ ਲੰਮੇ ਪੈ ਗਏ। ਮਹਾਰਾਜ ਤੁਸੀਂ ਨਾ ਰੇਤਾ ਤੇ ਬੈਠੋ, ਆਪ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਤਾ ਗੱਦੀ ਦੇ ਮਾਲਕ ਹੋ, ਆਪ ਜੀ ਦੇ ਚਰਨਾਂ ਦੇ ਥੱਲੇ ਤੇ ਸੰਗਤਾਂ ਫੁੱਲ ਵਿਛਾਉਂਦੀਆਂ ਨੇ, ਆਪ ਜੀ ਇਸ ਤੱਤੀ ਰੇਤਾ ਤੇ ਕਿਉਂ ਬੈਠੋਗੇ, ਅਸੀਂ ਇਹਦੇ ਉੱਪਰ ਲੇਟਦੇ ਆਂ, ਤੁਸੀਂ ਸਾਡੇ ਉੱਪਰ ਬੈਠ ਜਾਓ। ਜਦੋਂ ਸਿੱਖ ਭੱਜ ਕੇ ਰੇਤਾ ਦੇ ਉੱਪਰ ਲੰਮੇ ਪਏ, ਚੰਦੂ ਨੇ ਹੁਕਮ ਦਿੱਤਾ ਆਪਣੇ ਸਿਪਾਹੀਆਂ ਨੂੰ, ਡਾਂਗਾਂ ਦੇ ਨਾਲ ਇਹ ਜਿਹੜੇ ਸਿੱਖ ਲੰਮੇ ਪਏ ਨੇ ਇਹਨਾਂ ਨੂੰ ਕੁੱਟਿਆ ਜਾਵੇ ਤੇ ਕੁੱਟ ਕੇ ਦੁਬਾਰਾ ਫਿਰ ਉੱਥੇ ਕੈਦ ਕੀਤਾ ਜਾਵੇ। ਚੰਦੂ ਦਾ ਹੁਕਮ ਮਿਲਦਿਆਂ ਸਾਰ ਸਿਪਾਹੀਆਂ ਨੇ ਕੁੱਟ ਕੇ ਗੁਰੂ ਕਿਆਂ ਸਿੱਖਾਂ ਨੂੰ ਕੈਦ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਸਿੱਖੋ ਵੈਰਾਗ ਨਾ ਕਰੋ ਔਰ ਘਬਰਾਓ ਨਾ, ਇਹ ਹੋਣਹਾਰ ਹੋ ਕੇ ਰਹਿਣੀ ਹੈ, ਇਹ ਸਭ ਕੁਝ ਸਾਡੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਤੁਸੀਂ ਵੇਖੋ ਪ੍ਰਮਾਤਮਾ ਕੀ ਕਰਦਾ ਹੈ, ਤੁਸੀਂ ਘਬਰਾਓ ਨਾ। ਅਤੇ ਇਸ ਤਰ੍ਹਾਂ ਮਹਾਰਾਜ ਨੇ ਹੁਕਮ ਦੇ ਕੇ ਉਹਨਾਂ 5 ਸਿੱਖਾਂ ਨੂੰ ਟਿਕਾਇਆ, ਰੇਤਾ ਤੇ ਬਿਠਾਇਆ ਗਿਆ। ਜਦੋਂ ਵੇਖਿਆ ਵੀ ਰੇਤਾ ਤੇ ਬੈਠਣ ਕਰਕੇ ਵੀ ਇਹ ਡੋਲੇ ਨਹੀਂ, ਅਗਲੇ ਦਿਨ ਦਾ ਫਿਰ ਫਰਮਾਨ ਜਦੋਂ ਆਉਂਦਾ, ਨਵੇਂ ਤੋਂ ਨਵਾਂ ਫਰਮਾਨ ਲੈ ਕੇ ਆਉਂਦਾ ਹੈ। ਅਗਲੇ ਦਿਨ ਦਾ ਫਰਮਾਨ ਇਹ ਆ ਗਿਆ, ਵੱਡੀ ਦੇਗ ਪਾਣੀ ਦੀ ਉਬਾਲ ਕੇ ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਿਠਾਇਆ ਜਾਵੇ, ਥੱਲੇ ਅੱਗ ਬਾਲੀ ਜਾਵੇ, ਉਹ ਪਾਣੀ ਉਬਲੇ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇਸ ਤਰ੍ਹਾਂ ਉਬਾਲਿਆ ਜਾਵੇ ਜਿਵੇਂ ਆਲੂ ਪਾਣੀ ਵਿੱਚ ਉਬਾਲੇ ਜਾਂਦੇ। ਹੁਕਮ ਹੋਇਆ ਉਸੇ ਵੇਲੇ ਚੰਦੂ ਦਾ ਵੱਡੀ ਦੇਗ ਦਾ ਪ੍ਰਬੰਧ ਹੋ ਗਿਆ, ਵੱਡੇ ਚੁੱਲ੍ਹੇ ਦੇ ਉੱਪਰ ਰੱਖ ਕੇ ਉਸ ਪਾਣੀ ਨੂੰ ਤੱਤਾ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਆਖਿਆ, ਮਹਾਰਾਜ ਇਸ ਉਬਲਦੇ ਹੋਏ ਪਾਣੀ ਵਿੱਚ ਆਪ ਜੀ ਬੈਠ ਜਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਅਕਾਲ ਪੁਰਖ ਦੇ ਭਾਣੇ ਹੁਕਮ ਨੂੰ ਜਾਣਦਿਆਂ ਹੋਇਆ ਸਤਿਗੁਰੂ ਜੀ ਉਸ ਉਬਲਦੀ ਹੋਈ ਦੇਗ ਦੇ ਵਿੱਚ ਮਹਾਰਾਜ ਬੈਠ ਗਏ। ਦੁਸ਼ਟਾਂ ਨੇ ਅੱਗ ਬਾਲ ਕੇ ਪਾਣੀ ਨੂੰ ਉਬਾਲਿਆ, ਪਰ ਨਿਰੰਕਾਰ ਦੇ ਹੁਕਮ ਦੇ ਵਿੱਚ ਉਹਦੀ ਰਜਾ ਨੂੰ ਮੰਨਦਿਆਂ ਹੋਇਆ, ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ। ਐਸੇ ਮਹਾਰਾਜ ਸੋ ਉਸ ਪਾਣੀ ਵਿੱਚ ਉਬਾਲ ਕੇ ਸਾਰੇ ਸਰੀਰ ਦੇ ਉੱਪਰ ਗੁਰਮੁਖੋ ਛਾਲੇ ਹੋ ਗਏ, ਇੱਥੋਂ ਤੱਕ ਕਿ ਮਾਸ ਫੁੱਲ ਖਲੋਤਾ, ਲਾਲ ਰੰਗ ਸਾਰੇ ਸਰੀਰ ਦਾ ਹੋ ਗਿਆ। ਇਸ ਤਰ੍ਹਾਂ ਮਹਾਰਾਜ ਜੀਆਂ ਦਾ ਸਰੀਰ ਉਸ ਉਬਲਦੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਚੰਦੂ ਚਲਾ ਗਿਆ ਆਪਣੇ ਘਰ ਦੇ ਵਿੱਚ। ਅਗਲਾ ਦਿਨ ਚੜਿਆ, ਦੁਬਾਰਾ ਫਿਰ ਆ ਗਿਆ। ਆ ਕੇ ਕਹਿਣ ਲੱਗਾ, ਮਹਾਰਾਜ ਰਿਸ਼ਤਾ ਅਜੇ ਵੀ ਪ੍ਰਵਾਨ ਕਰ ਲਵੋ, ਮੈਂ ਤੁਹਾਨੂੰ ਅਜੇ ਵੀ ਬਚਾ ਸਕਦਾ, ਬਾਦਸ਼ਾਹ ਦੇ ਅੱਗੇ ਕੋਈ ਫਰਿਆਦ ਕਰ ਲਵਾਂਗਾ। ਪਰ ਮਹਾਰਾਜ ਕਹਿਣ ਲੱਗੇ, ਨਹੀਂ, ਸੰਗਤ ਦਾ ਬਚਨ ਚੰਦੂ ਦੀਵਾਨ ਸਾਡੇ ਸਿਰ ਮੱਥੇ ਹੈ, ਸੰਗਤ ਦਾ ਬਚਨ ਮੰਨਿਆ ਜਾਏਗਾ।
ਗੁਰਮੁਖੋ ਸੰਗਤ ਸਭ ਤੋਂ ਵੱਡੀ ਹੈ। ਸੰਗਤ ਦਾ ਵਚਨ ਨਹੀਂ ਮਹਾਰਾਜ ਨੇ ਮੋੜਿਆ। ਦਿੱਲੀ ਦੀ ਸੰਗਤ ਦਾ ਭਾਵੇਂ ਕਿ ਆਪ ਸ਼ਹੀਦੀ ਦਿੰਦੇ ਪਏ, ਗੁਰੂ ਵੀ ਇਹ ਵਚਨ ਮੰਨਦਾ ਹੈ ਸੰਗਤ ਦਾ, ਕਿਉਂਕਿ ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਸੰਗਤ ਵਿੱਚ ਪਰਮਾਤਮਾ ਵਸਦਾ। ਅਗਲਾ ਦਿਨ ਚੜ੍ਹਿਆ, ਚੰਦੂ ਨੇ ਫਿਰ ਹੁਕਮ ਕੀਤਾ ਵੀ ਮਹਾਰਾਜ ਤੇ ਅਜੇ ਵੀ ਟੁੱਟੇ ਨਹੀਂ, ਅਜੇ ਵੀ ਮੇਰਾ ਕਹਿਣਾ ਮੰਨਣ ਵਾਸਤੇ ਤਿਆਰ ਨਹੀਂ। ਦੂਜੇ ਦਿਨ ਦਾ, ਤੀਜੇ ਦਿਨ ਦਾ ਫਿਰ ਫਰਮਾਨ ਹੋਇਆ, ਹੁਣ ਲੋਹ ਲਿਆ ਕੇ ਉਸ ਨੂੰ ਤਪਾਇਆ ਜਾਏ, ਉਸ ਲੋਹ ਦੇ ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਿਠਾਇਆ ਜਾਏ। ਜਦੋਂ ਹੁਕਮ ਕਰਕੇ ਜਾਂਦਾ ਸਿਪਾਹੀ, ਇਸੇ ਤਰ੍ਹਾਂ ਇੱਕ ਵੱਡੀ ਲੋਹ ਬਾਜ਼ਾਰ ਵਿੱਚੋਂ ਮੰਗਾਈ ਗਈ। ਵੱਡੀ ਲੋਹ ਪੱਟ ਕੇ ਉਹਦੇ ਉੱਪਰ ਉਸ ਤੱਤੀ ਤਵੀ ਨੂੰ ਰੱਖਿਆ ਗਿਆ। ਉਹਦੇ ਥੱਲੇ ਅੱਗ ਦੇ ਭਾਂਬੜ ਬਾਲੇ ਗਏ, ਲੱਕੜਾਂ ਬਾਲੀਆਂ ਗਈਆਂ। ਜਦੋਂ ਚੰਗੀ ਤਰ੍ਹਾਂ ਲਾਲ ਸੁਰਖ ਹੋ ਗਈ ਉਹ ਤਵੀ, ਉਸ ਵੇਲੇ ਆਖਿਆ ਮਹਾਰਾਜ ਇਸ ਤਵੀ ਦੇ ਉੱਪਰ ਆਪ ਜੀ ਬੈਠਣ ਦੀ ਕਿਰਪਾਲਤਾ ਕਰੋ। ਮਹਾਰਾਜ ਜੀਆਂ ਨੇ ਸੁਣਿਆ ਬਚਨ, ਪੈਰਾਂ ਦੇ ਵਿੱਚ ਗੁਰਮੁਖੋ ਛਾਲੇ ਪਏ ਹੋਏ। ਸਤਿਗੁਰੂ ਮਹਾਰਾਜ ਜੀਆਂ ਦੇ ਲੱਤਾਂ ਦਾ ਮਾਸ ਉਸ ਵੇਲੇ ਸੜ ਚੁੱਕਿਆ ਪਾਣੀ ਦੇ ਨਾਲ, ਪਿੰਡੇ ਦਾ ਮਾਸ ਵੀ ਸੜਿਆ ਹੋਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਿਰੰਕਾਰ ਦਾ ਭਾਣਾ ਮੰਨਦਿਆਂ ਹੋਇਆ ਉਸ ਤੱਤੀ ਤਵੀ ਦੇ ਉੱਪਰ ਜਾ ਕੇ ਬੈਠ ਗਏ। ਤੱਤੀ ਤਵੀ ਤੇ ਬੈਠੇ ਨੇਤਰ ਬੰਦ ਨੇ, ਬਚਨ ਉਹੀ ਅਕਾਲ ਪੁਰਖ ਦਾ ਚੇਤਿਆ, ਤੇਰਾ ਕੀਆ ਮਿੱਠਾ ਲੱਗਾ। ਗੁਰਮੁਖੋ ਈਸਾਈ ਮਤ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਹੋਏ, ਸੋ ਕਹਿਣ ਲੱਗੇ ਈਸਾਈ ਮਤ ਦੇ ਵਿੱਚ ਈਸਾ ਜੀ ਪੈਗੰਬਰ ਹੋਏ ਤੇ ਸਮੇਂ ਦੀ ਸਰਕਾਰ ਨੇ ਹੁਕਮ ਦਿੱਤਾ ਵੀ ਇਹਨਾਂ ਨੂੰ ਸਲੀਬ ਤੇ ਚਾੜਿਆ ਜਾਏ। ਇਹਨਾਂ ਦੇ ਹੱਥਾਂ ਵਿੱਚ ਕਿੱਲ ਠੋਕੇ ਜਾਂ ਲੱਤਾਂ ਪੈਰਾਂ 'ਚ ਕਿੱਲ ਠੋਕ ਕੇ ਲੱਕੜ ਤੇ ਟੰਗ ਦਿੱਤਾ ਜਾਏ। ਜਦੋਂ ਇਹ ਸਮੇਂ ਦੀ ਸਰਕਾਰ ਨੇ ਹੁਕਮ ਦਿੱਤਾ ਨਾ, ਤੇ ਕਹਿਣ ਲੱਗੇ ਉਸ ਪੈਗੰਬਰ ਦੇ ਮੂੰਹ ਇਹ ਗੱਲ ਨਿਕਲੀ, ਐ ਖੁਦਾ, ਐ ਪਰਮ ਪਿਤਾ ਪਰਮਾਤਮਾ, ਮੈਂ ਕਿਹੜਾ ਇਹੋ ਜਿਹਾ ਪਾਪ ਕੀਤਾ ਜੋ ਮੈਨੂੰ ਆ ਸਜ਼ਾ ਮਿਲਣ ਲੱਗੀ। ਏਡੇ ਵੱਡੇ ਪੈਗੰਬਰ ਦੇ ਮੂੰਹੋਂ ਵੀ ਇਹ ਗੱਲ ਨਿਕਲੀ ਹੈ ਵੀ ਮੈਂ ਕਿਹੜਾ ਪਾਪ ਕੀਤਾ ਜੋ ਮੈਨੂੰ ਸਜ਼ਾ ਮਿਲਦੀ ਹੈ। ਉਹ ਵੀ ਸਜ਼ਾ ਤੋਂ ਡਰ ਕੇ ਇਹ ਗੱਲ ਕਹਿੰਦਾ ਪਿਆ। ਪਰ ਗੁਰਮੁਖੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਖੁਦ ਪਰਮੇਸ਼ਰ ਨੇ ਨਾ, ਬ੍ਰਹਮ ਗਿਆਨੀ ਆਪ ਪਰਮੇਸ਼ਰ ਨੇ। ਮਹਾਰਾਜ ਨੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਬੈਠ ਗਏ ਜਾ ਕੇ ਤੱਤੀ ਤਵੀ ਦੇ ਉੱਪਰ। ਚੰਦੂ ਦੁਸ਼ਟ ਵੱਲੋਂ ਦੂਜਾ ਹੁਕਮ ਹੋਇਆ, ਇਹਨਾਂ ਦੇ ਸੀਸ ਦੇ ਉੱਪਰ ਤੱਤੀ ਰੇਤਾ ਪਾਈ ਜਾਵੇ। ਤੱਤੀ ਰੇਤ ਸੀਸ ਵਿੱਚ ਪੈਂਦੀ ਹੈ, ਥੱਲਿਓਂ ਲੋਹ ਤਪਦੀ ਪਈ। ਮਹਾਰਾਜ ਦੇ ਤਨ ਦਾ ਸਾਰਾ ਮਾਸ ਸੜਦਾ ਪਿਆ ਹੈ, ਸਰੀਰ ਦੀਆਂ ਹੱਡੀਆਂ ਦਿਸਣ ਲੱਗ ਪਈਆਂ, ਮਾਸ ਸਾਰਾ ਅੱਗ ਦੇ ਵਿੱਚ ਉਸ ਵੇਲੇ ਸੜ ਗਿਆ। ਸਤਿਗੁਰੂ ਪਾਤਸ਼ਾਹ ਜੀਆਂ ਨੂੰ ਉਸ ਵੇਲੇ ਲੋਹ ਤੋਂ ਥੱਲੇ ਉਤਾਰਿਆ ਗਿਆ। ਕਹਿਣ ਲੱਗੇ ਇੰਨੇ ਚਿਰ ਨੂੰ ਜਿਹੜਾ ਮੁਸਲਮਾਨ ਪੀਰ ਹੈ ਸਾਈਂ ਮੀਆਂ ਮੀਰ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ, ਹੱਥ ਜੋੜੇ, ਸਤਿਗੁਰੂ ਇੰਨਾ ਆਪ ਜੀ ਭਾਣਾ ਕਿਉਂ ਵਰਤਾਉਂਦੇ ਪਏ? ਆਪ ਜੀ ਮੈਨੂੰ ਹੁਕਮ ਕਰੋ, ਮੈਂ ਭਾਵੇਂ ਖੁਦ ਮੁਸਲਮਾਨ ਹਾਂ ਪਰ ਇਹ ਜਹਾਂਗੀਰ ਦੇ ਸਮੇਤ ਸਾਰਿਆਂ ਨੂੰ ਸਜ਼ਾ ਦੇਣ ਦੀ ਸਮਰੱਥਾ ਰੱਖਦਾ। ਆਪ ਜੀ ਹੁਕਮ ਕਰੋ, ਮੈਂ ਇਹਨਾਂ ਨੂੰ ਹੁਣੇ ਨਾਸ ਕਰਨ ਦੀ ਤਾਕਤ ਰੱਖਦਾ ਹਾਂ, ਤੁਹਾਡੇ ਹੁਕਮ ਦੀ ਲੋੜ ਹੈ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਐ ਸਾਈਂ ਮੀਆਂ ਮੀਰ, ਇੱਕ ਦਿਨ ਅਸੀਂ ਬਾਣੀ ਲਿਖਦੇ ਪਏ, ਤੁਸੀਂ ਸਾਡੇ ਕੋਲ ਆ ਕੇ ਬੈਠੇ ਸੀ, ਅਸੀਂ ਬਚਨ ਇਹ ਲਿਖਵਾਇਆ ਸੀ, ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉ ਬਸਦਾ ਕੋ ਖੋਦੈ ਕੋਉ ਚੰਦਨ ਲੇਪ। ਵੀ ਬ੍ਰਹਮ ਗਿਆਨੀ ਦਾ ਧੀਰਜ ਇਸ ਤਰ੍ਹਾਂ ਦਾ ਹੁੰਦਾ ਵੀ ਧਰਤੀ ਵਰਗਾ। ਕੋਈ ਧਰਤੀ ਤੇ ਟੋਇਆ ਮਾਰ ਦੇਵੇ, ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਫੁੱਲਾਂ ਦਾ ਗੁਲਦਸਤਾ ਲਾ ਦੇਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਇਸ ਬਾਣੀ ਦੀ ਪੰਕਤੀ ਨੂੰ ਲਿਖਵਾਇਆ, ਸਾਈਂ ਮੀਆਂ ਮੀਰ ਤੁਸੀਂ ਬਚਨ ਕੀਤੇ ਸਨ ਮਹਾਰਾਜ, ਕੋਈ ਇਹੋ ਜਿਹਾ ਵੀ ਬ੍ਰਹਮ ਗਿਆਨੀ ਹੋ ਸਕਦਾ ਹੈ ਜਿਹਦੀ ਐਡੀ ਵੱਡੀ ਧੀਰਜ ਹੋਵੇ? ਤੇ ਸਤਿਗੁਰੂ ਕਹਿਣ ਲੱਗੇ ਉਦੋਂ ਤੈਨੂੰ ਅਸੀਂ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਤੈਨੂੰ ਜਵਾਬ ਦੇਵਾਂਗੇ। ਸਾਡੇ ਇਸ ਤੱਤੀ ਤਵੀ ਤੇ ਬੈਠਣ ਦਾ ਕਾਰਨ ਅਸੀਂ ਗੁਰਬਾਣੀ ਦੀ ਉਸ ਅਸ਼ਟਪਦੀ ਦੇ ਉਹਨਾਂ ਸ਼ਬਦਾਂ ਦੇ ਅਰਥ ਕਰਦੇ ਪਏ ਹਾਂ। ਜਿਵੇਂ ਧਰਤੀ ਦਾ ਧੀਰਜ ਡੁਲਾਇਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਭਾਵੇਂ ਅਸੀਂ ਤੱਤੀ ਤਵੀ ਤੇ ਬੈਠੇ ਹਾਂ, ਧੀਰਜ ਸਾਡਾ ਵੀ ਨਹੀਂ ਡੁਲਾਇਆ ਜਾ ਸਕਦਾ। ਇਹ ਬਚਨ ਸੁਣ ਕੇ ਉਸ ਵੇਲੇ ਸਾਈਂ ਮੀਆਂ ਮੀਰ ਜੀ ਬੜੇ ਹੈਰਾਨ ਹੋਏ, ਬੇਨਤੀ ਕਰਦੇ ਮਹਾਰਾਜ ਇਹ ਫਿਰ ਆਪ ਜੀ ਦੇ ਭਾਣੇ ਨੂੰ ਆਪ ਜੀ ਜਾਣਦੇ ਹੋ, ਜੇ ਆਪ ਜੀ ਇਸ ਰਜਾ ਵਿੱਚ ਰਾਜੀ ਹੋ
ਤੇ ਮੈਂ ਵੀ ਆਪ ਜੀ ਦੇ ਹੁਕਮ ਦੇ ਵਿੱਚ ਸਾਈਂ ਜੀ ਆਪਣੇ ਘਰ ਵਿੱਚ ਚਲੇ ਗਏ। ਇਸ ਗੱਲ ਦਾ ਰੌਲਾ ਦੂਰ ਦੂਰ ਲਾਹੌਰ ਸ਼ਹਿਰ ਵਿੱਚ ਫੈਲ ਗਿਆ। ਕਹਿਣ ਲੱਗੇ ਇਹ ਗੱਲ ਜਿਹੜਾ ਚੰਦੂ ਦੀਵਾਨ ਹੈ ਉਹਦੀ ਨੌਂ ਨੂੰ ਪਤਾ ਲੱਗਾ ਕਿ ਮੇਰੇ ਸਹੁਰੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹਵੇਲੀ ਵਿੱਚ ਕੈਦ ਕੀਤਾ ਤੇ ਬੜੇ ਤਰ੍ਹਾਂ ਤਰ੍ਹਾਂ ਦੇ ਕਸ਼ਟ ਦਿੱਤੇ ਜਾ ਰਹੇ। ਇਹਨੇ ਆਪਣੇ ਘਰ ਦੇ ਵਿੱਚੋਂ ਸਤਿਗੁਰਾਂ ਦੇ ਵਾਸਤੇ ਮਿੱਠਾ ਜਲ ਤਿਆਰ ਕੀਤਾ ਅਤੇ ਉਹ ਜਲ ਗੜਵੇ ਦੇ ਵਿੱਚ ਪਾ ਕੇ ਜਿਹੜੇ ਸਿਪਾਹੀ ਉਸ ਵੇਲੇ ਪਹਿਰੇ ਤੇ ਲੱਗੇ ਹੋਏ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਰਾਖੀ ਵਾਸਤੇ, ਉਹਨਾਂ ਨੂੰ ਆਪਣੇ ਗਹਿਣੇ ਸੋਨੇ ਦੇ ਕੇ ਰਿਸ਼ਵਤ ਦੇ ਰੂਪ ਦੇ ਵਿੱਚ ਕਿ ਮੈਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮਿਲ ਲੈਣ ਦਿਓ, ਮੇਰੇ ਗਹਿਣੇ ਤੁਸੀਂ ਰੱਖ ਲਓ। ਆਪਣੇ ਗਹਿਣੇ ਦੇ ਕੇ ਰਾਤ ਨੂੰ ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ। ਸਤਿਗੁਰਾਂ ਦਾ ਸਰੀਰ ਦਾ ਹਾਲ ਵੇਖ ਕੇ ਜਾਰੋ ਜਾਰ ਬੀਬੀ ਰੋਣ ਲੱਗ ਪਈ। ਕਹਿਣ ਲੱਗੀ ਸਤਿਗੁਰੂ ਪਾਤਸ਼ਾਹ ਜੀ, ਇਹ ਮੇਰੇ ਪਿਛਲੇ ਜਨਮਾਂ ਦੇ ਕੋਈ ਵੱਡੇ ਪਾਪ ਹੋਣਗੇ ਜੋ ਮੈਂ ਇੱਕ ਸਿੱਖ ਦੀ ਧੀ ਹੋ ਕੇ ਇਹਨਾਂ ਜ਼ਾਲਮਾਂ ਦੇ ਘਰੇ ਵਿਆਹੀ ਗਈਆਂ, ਜਿਹੜੇ ਜ਼ਾਲਮ ਆਪ ਜੀ ਨੂੰ ਦੁੱਖ ਦਿੰਦੇ ਪਏ। ਮਹਾਰਾਜ ਮੈਂ ਆਪ ਜੀ ਦਾ ਦੁੱਖ ਵੇਖ ਨਹੀਂ ਸਕਦੀ। ਆਪ ਜੀ ਨੇ ਪਿਛਲੇ ਕਿੰਨਿਆਂ ਦਿਨਾਂ ਤੋਂ ਪਾਣੀ ਤੱਕ ਨਹੀਂ ਪੀਤਾ। ਮੈਂ ਤੁਹਾਡੇ ਵਾਸਤੇ ਠੰਡਾ ਸ਼ਰਬਤ ਲੈ ਕੇ ਆਈ ਆ, ਆਪ ਜੀ ਇਸ ਨੂੰ ਅੰਗੀਕਾਰ ਕਰੋ। ਮਹਾਰਾਜ ਭਾਵੇਂ ਮੇਰਾ ਸਹੁਰਾ ਆਪ ਜੀ ਨੂੰ ਦੁੱਖ ਦੇ ਰਿਹਾ ਪਰ ਮੈਂ ਸਿੱਖ ਦੀ ਪੁੱਤਰੀ ਆ, ਆਪ ਜੀ ਕਿਰਪਾ ਕਰੋ, ਮੇਰੇ ਇਸ ਜਲ ਨੂੰ ਆਪ ਜੀ ਅੰਗੀਕਾਰ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਸੁਣ ਕੇ ਆਖਿਆ, ਕਹਿਣ ਲੱਗੇ ਧੀਏ ਅਸੀਂ ਚੰਦੂ ਦੇ ਘਰ ਦੇ ਪਾਣੀ ਦੀ ਬੂੰਦ ਤੱਕ ਨਹੀਂ ਪੀਣੀ ਹੈ, ਇਹ ਅਸੀਂ ਪ੍ਰਣ ਕੀਤਾ ਹੋਇਆ ਹੈ, ਇਹ ਤੇਰਾ ਜਲ ਅਸੀਂ ਛਕਾਂਗੇ ਨਹੀਂ ਪਰ ਤੇਰੀ ਭਾਵਨਾ ਨੂੰ ਭਾਗ ਜ਼ਰੂਰ ਲਾਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਤੇਰਾ ਸ਼ਰਬਤ ਹੈ ਨਾ, ਇਹ ਸੰਗਤਾਂ ਦੇ ਵਿੱਚ ਵੰਡਿਆ ਜਾਇਆ ਕਰੇਗਾ, ਵਰਤਾਇਆ ਜਾਇਆ ਕਰੇਗਾ। ਸੋ ਇਹਦੀ ਕਦੇ ਤੋਟ ਨਹੀਂ ਆਵੇਗੀ, ਇਹ ਸੰਗਤਾਂ ਸੇਵਾ ਕਰਿਆ ਕਰਨਗੀਆਂ। ਇਹ ਤੇਰਾ ਸ਼ਰਬਤ ਸਾਡੇ ਦਰ ਤੇ ਪ੍ਰਵਾਨ ਹੋਇਆ ਹੈ, ਇਹ ਤੇਰੀ ਸੇਵਾ ਅਸੀਂ ਪ੍ਰਵਾਨ ਕਰਦੇ। ਗੁਰਮੁਖੋ ਅੱਜ ਵੀ ਸਿੱਖ ਸੰਗਤਾਂ ਥਾਵਾਂ ਥਾਵਾਂ ਤੇ ਉਸ ਜਲ ਦੀ ਸੇਵਾ ਕਰਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਫਿਰ ਉਸ ਬੀਬੀ ਨੇ ਬੇਨਤੀ ਕੀਤੀ, ਮਹਾਰਾਜ ਜਿਸ ਘਰ ਦੇ ਲੋਕ ਤੁਹਾਨੂੰ ਸ਼ਹੀਦ ਕਰਦੇ ਪਏ, ਮੈਂ ਉਸ ਘਰ ਦੇ ਵਿੱਚ ਫਿਰ ਰਹਿਣਾ ਨਹੀਂ ਚਾਹੁੰਦੀ ਹਾਂ। ਮੇਰੇ ਪਿਤਾ ਨੇ ਬਚਨ ਕੀਤੇ ਸਨ ਕਿ ਤੇਰੀ ਡੋਲੀ ਜਿਹੜੀ ਹੈ ਪੇਕੇ ਘਰ ਤੋਂ ਨਿਕਲੀ ਹੈ, ਹੁਣ ਤੇਰੀ ਅਰਥੀ ਸਹੁਰੇ ਘਰ ਵਿੱਚੋਂ ਨਿਕਲੇ, ਵਾਪਸ ਨਹੀਂ ਆਉਣਾ। ਮੈਂ ਵਾਪਸ ਜਾ ਨਹੀਂ ਸਕਦੀ ਪਰ ਮੈਂ ਇੱਥੇ ਰਹਿਣਾ ਵੀ ਨਹੀਂ, ਆਪ ਜੀ ਕਿਰਪਾ ਕਰੋ, ਮੈਨੂੰ ਸੱਚਖੰਡ ਦੇ ਵਿੱਚ ਨਾਲ ਹੀ ਲੈ ਚੱਲੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਠੀਕ ਹੈ ਤੇਰਾ ਇਹ ਬਚਨ ਅਸੀਂ ਮੰਨ ਲੈਂਦੇ, ਅਸੀਂ ਕੱਲ ਨੂੰ ਆਪਣਾ ਇਹ ਸਰੀਰ ਛੱਡ ਜਾਣਾ ਹੈ। ਉਸ ਵੇਲੇ ਤੂੰ ਵੀ ਆਪਣਾ ਸਰੀਰ ਬੜੇ ਆਰਾਮ ਦੇ ਨਾਲ ਘਰ ਦੇ ਵਿੱਚ ਛੱਡ ਦੇਵੀਂ, ਅਸੀਂ ਤੈਨੂੰ ਨਾਲ ਹੀ ਸੱਚਖੰਡ ਵਿੱਚ ਲੈ ਜਾਵਾਂਗੇ। ਤੇਰਾ ਸਰੀਰ ਆਪਣੇ ਆਪ ਹੀ ਛੁੱਟ ਜਾਏਗਾ, ਇਹ ਤੇਰੇ ਉੱਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕਿਰਪਾ ਹੋਵੇ। ਕਹਿਣ ਲੱਗੇ ਗੁਰਮੁਖੋ ਇਸੇ ਤਰ੍ਹਾਂ ਹੋਇਆ। ਅਗਲਾ ਦਿਨ ਚੜ੍ਹਿਆ, ਚੰਦੂ ਫਿਰ ਆਇਆ ਹਵੇਲੀ ਦੇ ਵਿੱਚ, ਵੇਖਦਾ ਸਤਿਗੁਰੂ ਉਸੇ ਤਰ੍ਹਾਂ ਹੀ ਉਹਨਾਂ ਦਾ ਸਰੀਰ ਥੱਕਿਆ ਨਹੀਂ, ਟੁੱਟਿਆ ਨਹੀਂ, ਬਚਨ ਮੰਨਣ ਵਾਸਤੇ ਤਿਆਰ ਨਹੀਂ। ਅੱਜ ਚੰਦੂ ਨੇ ਨਵਾਂ ਹੁਕਮ ਦਿੱਤਾ, ਕਹਿਣ ਲੱਗਾ ਗਾਂ ਦਾ ਚਮੜਾ ਲਿਆ ਕੇ ਉਹ ਚਮੜੇ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਰੀਰ ਨੂੰ ਸੀ ਦਿੱਤਾ ਜਾਵੇ। ਜਦੋਂ ਚੰਦੂ ਦਾ ਇਹ ਹੁਕਮ ਹੋਇਆ ਨਾ, ਗੁਰਮੁਖੋ ਚਮੜੇ ਦੇ ਵਿੱਚ ਸਿਉਣਾ, ਜਿਵੇਂ ਜਿਵੇਂ ਚਮੜਾ ਸੁੱਕਦਾ ਉਵੇਂ ਉਵੇਂ ਸਰੀਰ ਖਿੱਚਿਆ ਜਾਂਦਾ, ਹੱਡੀਆਂ ਟੁੱਟ ਜਾਂਦੀਆਂ, ਬੜੀ ਭਾਰੀ ਦਰਦ ਦੇ ਨਾਲ, ਦਰਦਨਾਕ ਇਹ ਮੌਤ ਹੈ, ਕਸ਼ਟ ਦੇਣ ਵਾਲੀ। ਜਦੋਂ ਚੰਦੂ ਦਾ ਇਹ ਹੁਕਮ ਹੋਇਆ, ਸਤਿਗੁਰੂ ਜਾਣ ਗਿਆ ਵੀ ਇਹ ਪਾਪ ਕਰਨ ਤੋਂ ਹੁਣ ਟਲੇਗਾ ਨਹੀਂ, ਕਰੇਗਾ ਜ਼ਰੂਰ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸਾਡਾ ਮਨ ਕਰਦਾ ਅਸੀਂ ਰਾਵੀ ਦੇ ਜਲ ਵਿੱਚ ਇਸ਼ਨਾਨ ਕਰੀਏ, ਸਾਨੂੰ ਉੱਥੇ ਜਾਣ ਦੀ ਆਗਿਆ ਜਿਹੜੀ ਹੈ ਉਹ ਦਿੱਤੀ ਜਾਵੇ। ਜਦੋਂ ਚੰਦੂ ਦੇ ਕੋਲੋਂ ਇਹ ਬਚਨ ਮਹਾਰਾਜ ਨੇ ਆਖਿਆ, ਉਸ ਵੇਲੇ ਚੰਦੂ ਨੇ ਸੋਚਿਆ ਵੀ ਸਤਿਗੁਰਾਂ ਦਾ ਸਰੀਰ ਤੇ ਸੜਿਆ ਪਿਆ ਤੱਤੇ ਪਾਣੀ ਦੇ ਨਾਲ, ਤੱਤੀ ਤਵੀ ਦੇ ਨਾਲ, ਹੁਣ ਇਹ ਠੰਡੇ ਪਾਣੀ ਨਾਲ ਇਸ਼ਨਾਨ ਕਰਨਗੇ, ਇਹਨਾਂ ਨੂੰ ਹੋਰ ਵੀ ਦਰਦ ਹੋਵੇਗਾ, ਹੋਰ ਵੀ ਪੀੜ ਹੋਵੇਗੀ, ਸਗੋਂ ਆਪਣੇ ਆਪ ਹੀ ਆਪਣੇ ਸਰੀਰ ਤੇ ਕਸ਼ਟ ਲੈ ਰਹੇ ਨੇ, ਚੰਗੀ ਗੱਲ ਹੈ। ਚੰਦੂ ਨੇ ਉਸ ਵੇਲੇ ਆਖਿਆ, ਠੀਕ ਹੈ ਤੁਸੀਂ ਜਾ ਸਕਦੇ ਹੋ। ਆਪਣੇ ਨਾਲ ਸਿਪਾਹੀ ਭੇਜ ਦਿੱਤੇ। ਸਤਿਗੁਰਾਂ ਨੂੰ ਪਿਛਲੇ ਦਰਵਾਜ਼ਿਓਂ, ਛੋਟੇ ਦਰਵਾਜ਼ਿਓਂ ਬਾਹਰ ਕੱਢਿਆ ਗਿਆ। ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਨੇ ਸਾਰੇ ਵੱਡੇ ਚਾਦਰੇ ਦੇ ਨਾਲ ਆਪਣਾ ਸਾਰਾ ਸਰੀਰ ਢੱਕਿਆ, ਚਾਦਰ ਦੇ ਵਿੱਚ ਸਰੀਰ ਲਪੇਟਿਆ ਹੋਇਆ, ਕੇਵਲ ਅੱਖਾਂ ਜਿੰਨੀ ਜਗ੍ਹਾ ਉਹਦੇ ਤੋਂ ਬਾਹਰ ਹੈ ਵੇਖਣ ਵਾਸਤੇ।
महाराज दे जिहड़े नाल 5 सिख सन उन्हां ने महाराज नूं सज्जे पासियों ते खब्बे पासियों सहारा दिता है, क्योंकि पैर भी महाराज दे सड़ चुके ते पैरां विच छाले हड्डियां जिहड़ियां शरीर दीयां दिसदियां पईयां। आसरा लैके महाराज जी रावी दरिया के कंढे पहुंचे। इतिहासकार कहते इत्थे महाराज जियां ने बैठ के जपजी साहब गुरबाणी का पाठ किया अते नाल ही बचन आखिया, कहन लगे गुरु क्यों सिखो हुण साडे सचखंड जाण दा समां हो गया, हुण असीं इत्थे इशनान करके सचखंड नूं प्याना करांगे। तुसीं अमृतसर दी धरती ते जाके ये साडा बचन संगतां नूं सुना देना और दस देना कि गुरु अर्जन देव पातशाह शहीदी प्राप्त कर गए ने। साडे पुत्र नूं गुरता गद्दी ते तख्त ते बिठाउणा, उन्हां नूं शस्त्रधारी बनाउणा। असीं जुल्म दा मुकाबला सबर दे नाल कीता है, पर ये सबर दी भाषा ये जुल्म करन वाले लोग सुनते नहीं। इस करके हुण जबर दा मुकाबला सबर दे नाल नहीं, हुण शस्त्र दे नाल करन दा समां है। साडा पुत्र शस्त्रधारी हो के गुरु नानक देव पातशाह दी गुरता गद्दी ते बैठे, संगतां बैराग ना करन, परमात्मा दा भाना जान के गुरबानी दे लड़ लगन। ये बचन करके सतगुरां ने रावी जल दे नाल इशनान किया। महाराज जियां ने अपना 5 भौतिक शरीर सो गुरमुखो रावी दरिया दे कंढे लाहौर दी धरती ते महाराज जी ने त्यागया। जिहड़े सिख महाराज दे नाल ने उन्हां ने लकड़ां इकट्ठियां करके महाराज दा संस्कार किया। संस्कार करन तो उपरंत जिहड़े फुੱਲ सन उन्हां नूं जल प्रवाह कर दिता। इस तरह महाराज साहब जी ये वड्डा भाना वरता के तेरा किया मीठा लागै, हर नाम पदार्थ नानक मांगै, ऐसा ये साका वरताया पातशाह जियां ने। और सचखंड नूं महाराज ये 5 भौतिक शरीर त्याग के पातशाह जी सचखंड नूं चले गए। उस तो बाद विच उन्हां 5 सिखां ने फिर अमृतसर दी धरती ते आके ये सारी जिहड़ी वार्ता है सिख संगतां नूं सुनाई, संगतां नूं इकट्ठियां कीता। उस वेले धन गुरु हरगोबिंद पातशाह महाराज जियां नूं संगत विच गुरता गद्दी दे तख्त ते बिठा के महान ब्रह्म ज्ञानी बाबा बुढ़ा साहब जियां ने एक नहीं फिर 2 तलवारां अपनाइयां, एक मीरी दी और एक पीरी दी। ये 2 शस्त्र जिहड़े सन पहना के महाराज नूं गुरता गद्दी दे तख्त ते बिठाया। धन गुरु हरगोबिंद पातशाह महाराज जियां ने अपने पिता दे भोग दी क्रिया करन वास्ते बाबा बुढ़ा साहब वर्गे ब्रह्म ज्ञानी गुरसिखां नूं बेनती करके गुरबाणी दा सहज पाठ आरंभ करवाया। फिर गुरबाणी दे सहज पाठ दे भोग पाए गए। अज भी आपां गुरबाणी दा सहज पाठ करदे हां, करवाउंदे हां। ये परंपरा मर्यादा जिहड़ी है ये धन गुरु हरगोबिंद पातशाह महाराज जियां ने अपने पिता गुरु अर्जन देव पातशाह की शहीदी तो उपरंत सहज पाठ करवा के इस परंपरा नूं, इस मर्यादा नूं महाराज ने प्रारंभ किया है। इस तरह गुरु अर्जन देव पातशाह महाराज साहब जियां दी जो बड़ी शहीदी है वो आपां नूं प्राप्त हुई है। सतगुरां ने बड़ी कृपा करके श्री हरमंदर साहब नूं पक्कियां कराउण दी, अमृत सरोवर नूं पक्कियां कराउण दी सेवा आप कीती है। धन गुरु ग्रंथ साहिब पातशाह दी बाणी दा स्वरूप महाराज जी ने आप कोल बैठ के सारी गुरबाणी नूं तैयार करवाया। गुरु क्यों सिखो बाणी तो आपां दूर हो रहे ते कई लोग साडे मन विच शंका पैदा करदे पए। दुनिया दे विच धार्मिक ग्रंथां विचों एक गुरु ग्रंथ साहिब पातशाह ऐसे गुरु ने जिन्हां दी बाणी गुरु ने कोल बैठ के आप लिखवाई है। इहदे तो बिना भावें आपां वेदां दी गल करिए, शास्त्रां दी गल करिए, पुराण जिहड़े मर्जी ग्रंथ की गल कर लईए, धार्मिक पैगंबरां दे दुनिया तो जाण तो कई 100 साल बाद वो ग्रंथ लिखे गए, पर उन्हां लोकां दे मन विच कोई शंका नहीं है। सानू जिहड़ी गुरबाणी प्राप्त हुई है वो गुरु पातशाह ने आप कोल बैठ के लिखवाई है। और साडे विचों कुछ लोग फिर शंका कर लेंदे, शंका भंग नहीं करना है। सतगुरां दी गुरबाणी नूं बड़े नेम नाल, प्यार नाल, शरधा नाल, भरोसे नाल पढ़ के लाहे प्राप्त करने। महाराज कृपा करे सानू गुरसिੱਖੀ ਦੀਆਂ ਦਾਤਾਂ, अमृत ਦੀਆਂ ਦਾਤਾਂ
ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਬਹੁਤ ਮਹਾਨ ਹੈ। ਉਹ ਨਾ ਪੂਰਨ ਤੌਰ ਤੇ ਆਪਾਂ ਸਰਵਣ ਕਰ ਸਕਦੇ, ਨਾ ਕੋਈ ਕਰਵਾ ਸਕਦਾ ਹੈ। ਇਹ ਤੇ ਪੂਰੇ ਕਾ ਕੀਆ ਸਭ ਕੁਛ ਪੂਰਾ ਹੈ। ਆਪਾਂ ਤੇ ਸਰਵਣ ਕਰਕੇ ਸਤਿਗੁਰਾਂ ਦੇ ਪ੍ਰਸੰਗ, ਇਤਿਹਾਸ, ਸਾਖੀਆਂ, ਲਾਹਾ ਪ੍ਰਾਪਤ ਕਰ ਸਕਦੇ ਹਾਂ। ਸੋ ਇਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ, ਸੋ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵਹੁ ਸਾਖਤ ਵਾਪਰੇ, ਜੋ ਹਟੈ ਹਾਟ ਬਕਾਏ। ਇਸ ਤਰ੍ਹਾਂ ਸੱਚਖੰਡ ਸਾਹਿਬ ਨੂੰ ਮਹਾਰਾਜ ਨੇ ਪ੍ਰਸਥਾਨ ਕੀਤਾ। ਦਾਸ ਕੋਲੋਂ ਵਿਚਾਰ ਕਰਦਿਆਂ, ਬੇਨਤੀ ਕਰਦਿਆਂ, ਇਤਿਹਾਸ ਸਰਵਣ ਕਰਵਾਉਂਦਿਆਂ ਭੁੱਲਾਂ ਚੁੱਕਾਂ ਦੀ ਮੁਆਫੀ ਅਗਾਂਹ ਵਾਸਤੇ ਗੁਰੂ ਕਿਰਪਾ ਕਰੇ। ਬਚਨ ਇਤਿਹਾਸ ਗੁਰੂ ਕਾ ਜਾਣ ਕੇ ਹਿਰਦੇ ਵਸਾਉਣਾ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਆਓ ਗੱਜ ਕੇ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਸਮਾਗਮ ਮਨਾ ਰਹੀਆਂ ਸੰਗਤਾਂ ਬਹੁਤ ਹੀ ਇਕਾਗਰ ਚਿੱਤ ਹੋ ਕੇ ਪਹਿਲਾਂ ਗੁਰਬਾਣੀ ਕੀਰਤਨ ਸਰਵਣ ਕੀਤਾ। ਹੁਣ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਜੋ ਸੁਣਾ ਰਹੇ ਸਨ, ਕਥਾ ਸਰਵਣ ਕਰਾ ਰਹੇ ਸਨ। ਸੋ ਬਹੁਤ ਹੀ ਸੰਗਤਾਂ ਮੰਤਰ ਮੁਗਧ ਹੋ ਕੇ ਇਕਾਗਰ ਚਿੱਤ ਹੋ ਕੇ ਸਰਵਣ ਕਰ ਰਹੀਆਂ ਸਨ। ਸੋ ਬਹੁਤ ਬਹੁਤ ਧੰਨਵਾਦ। ਸੋ ਬਹੁਤ ਹੀ ਸਤਿਕਾਰਯੋਗ ਕੀਰਤਨੀ ਜਥਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੁੱਜੇ ਭਾਈ ਸਾਹਿਬ ਭਾਈ ਸ਼ੌਕੀਨ ਸਿੰਘ ਜੀ, ਉਹਨਾਂ ਦਾ ਨਿੱਘਾ ਸਵਾਗਤ ਹੈ। ਜੀ ਆਇਆਂ। ਆਪਣੇ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਵੀ 2-3 ਵਾਰ ਹਾਜ਼ਰੀ ਭਰ ਕੇ ਗਏ ਹਨ। ਬਹੁਤ ਬਹੁਤ ਧੰਨਵਾਦ, ਜੀ ਆਇਆਂ। ਸੋ ਇਹਨਾਂ ਤੋਂ ਉਪਰੰਤ ਫੇਰ ਆਪਣੇ ਕੋਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਮਾਨ ਅਤੇ ਸਰਦਾਰ ਗੁਰਨਾਮ ਸਿੰਘ ਜੀ। ਇਹਨਾਂ ਨੇ ਵੀ ਸਮਾਂ ਲੈਣਾ 10 ਮਿੰਟ। ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਸੰਗਤਾਂ ਨੇ ਪਿਆਰ ਦਾ ਸਬੂਤ ਦੇਣਾ ਹੈ। 1 ਘੰਟੇ ਦਾ ਇਹਨਾਂ ਦਾ ਸਮਾਗਮ ਹੈ ਗੁਰਬਾਣੀ ਕੀਰਤਨ ਦਾ। ਉਪਰੰਤ ਕੁਝ ਸੰਗਤਾਂ ਵੱਲੋਂ, ਕੁਝ ਵੀਰਾਂ ਵੱਲੋਂ ਪਲਾਟ ਜੋ ਗੁਰਦੁਆਰਾ ਸਾਹਿਬ ਨੇ ਖਰੀਦ ਕੀਤਾ 700 ਗਜ ਦਾ, ਉਹਦੇ ਵਾਸਤੇ ਬਹੁਤ ਹੀ ਮਾਇਆ ਆ ਰਹੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਬਹੁਤ ਸਾਰੀਆਂ ਸੰਗਤਾਂ ਵੱਲੋਂ ਵੱਡੀ ਰਕਮ, ਵੱਡੀ ਮਾਇਆ। ਹੁਣੇ 3 ਲੱਖ ਰੁਪਏ ਸਰਦਾਰ ਗੁਰਨਾਮ ਸਿੰਘ ਜੀ ਦੇ ਕੋਈ ਨੋਨ ਹਨ, ਇਹਨਾਂ ਦੇ ਜਾਣ ਪਛਾਣ ਦੇ ਵਿੱਚ। ਸੋ ਕਈ ਰੋਜ਼ ਤੋਂ ਇਹ 2-3 ਲੱਖ 4 ਲੱਖ ਦੀ ਰੋਜ਼ਾਨਾ ਹੀ ਕਲੈਕਸ਼ਨ ਜਿਹੜੀ ਗੁਰਦੁਆਰਾ ਸਾਹਿਬ ਨੂੰ ਕਰਵਾ ਕੇ ਦਿੰਦੇ ਆ। ਸੋ ਅੱਜ ਵੀ ਹੁਣੇ 3 ਲੱਖ ਰੁਪਏ ਦੀ ਰਸੀਦ ਕੱਟੀ ਹੈ ਸਰਦਾਰ ਬਲਵਿੰਦਰ ਸਿੰਘ ਜੀ, ਸਨ ਆਫ ਸਵਰਗੀ ਹੈ ਸਰਦਾਰ ਹਰਭਜਨ ਸਿੰਘ ਜੀ, ਜਿਨ੍ਹਾਂ ਦਾ ਦੁਬਈ ਦੇ ਵਿੱਚ ਕੰਸਟਰਕਸ਼ਨ ਕੰਪਨੀ ਹੈ, ਬੜੀ ਵੱਡੀ ਉੱਥੇ ਉਹਨਾਂ ਦੀ ਕੰਪਨੀ ਹੈ, ਕੰਸਟਰਕਸ਼ਨ ਦੀ ਕੰਮ ਹੈ ਉਹਨਾਂ ਦਾ। ਸੋ ਅਲ ਨਵੀਰ ਨਾਮ ਦੀ ਕੰਪਨੀ ਹੈ ਉੱਥੇ ਦੁਬਈ ਦੇ ਵਿੱਚ। ਉਹਨਾਂ ਵੱਲੋਂ 3 ਲੱਖ ਰੁਪਏ ਤੇ ਹੋਰ ਵੀ ਭਰੋਸਾ ਦਿੱਤਾ ਹੈ ਕਿ ਹੋਰ ਵੀ ਮਾਇਆ ਇਹਨਾਂ ਕਾਰਜਾਂ ਵਾਸਤੇ ਅਸੀਂ ਦਿਆਂਗੇ। ਹੋਰ ਵੀ ਬਹੁਤ ਸਾਰੇ ਵੀਰਾਂ ਵੱਲੋਂ ਸਰਦਾਰ ਦਿਲਪ੍ਰੀਤ ਸਿੰਘ ਜੀ, ਸਨ ਆਫ ਸਰਦਾਰ ਰਵਿੰਦਰ ਸਿੰਘ ਜੀ, 2,11,000 ਰੁਪਏ ਉਹਨਾਂ ਵੱਲੋਂ ਵੀ, ਉਹ ਵੀ ਬੈਠੇ ਦਰਬਾਰ ਦੇ ਵਿੱਚ, ਉਹਨਾਂ ਦਾ ਵੀ ਸਨਮਾਨ ਕਰਾਂਗੇ। ਹੋਰ ਵੀ ਬਹੁਤ ਸਾਰੀਆਂ ਸੰਗਤਾਂ, ਸ਼ਰਨਜੀਤ ਸਿੰਘ ਜੀ, ਉਹਨਾਂ ਵੱਲੋਂ 1 ਲੱਖ ਰੁਪਏ। ਇਸੇ ਤਰ੍ਹਾਂ ਸਰ ਸਤਿੰਦਰ ਸਿੰਘ ਜੀ 1 ਲੱਖ ਰੁਪਏ। ਰਾਮ ਮੂਰਤੀ ਜੀ ਜਿਹੜੇ ਰਿਸ਼ਤਾ ਪੈਲਸ ਵਾਲੇ 51,000 ਰੁਪਏ ਉਹਨਾਂ